ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਇਨਫੋਰਮੇਸ਼ਨ ਨਾਲ ਖੇਡਣ ਦਾ ਵੀ ਆਪਣਾ ਹੀ ਸਵਾਦ ਹੁੰਦਾ ਹੈ। ਅਦਰਵਾਈਜ਼ ਸਾਡੇ ਕਹਿਣ ਤੇ ਕਿਹੜਾ ਪ੍ਰਧਾਨ ਮੰਤਰੀ ਨੇ ਕੁਝ ਵੱਖਰੇ ਐਲਾਨ ਕਰ ਦੇਣੇ ਆ ਜਾਂ ਸਾਡੇ ਕਹਿਣ ਤੇ ਰੁਕ ਜਾਣਾ ਹੈ। ਜਦੋਂ ਅਸੀਂ ਇਹ ਗੱਲ ਕਹੀ ਸੀ ਕਿ ਸਾਹਿਬਜ਼ਾਦਿਆਂ ਨੂੰ ਸਮਰਪਿਤ ਬਰੇਵਰੀ ਅਵਾਰਡ ਜਾਂ ਬਰੇਵਰੀ ਡੇ ਦੀ ਗੱਲ, ਤਾਂ ਬਹੁਤ ਜਗ੍ਹਾ ਤੇ ਇਹਨੂੰ ਹਾਸੇ 'ਚ ਲਿਆ ਗਿਆ ਸੀ। ਲੇਕਿਨ ਅੱਜ ਜਦੋਂ ਪ੍ਰਧਾਨ ਮੰਤਰੀ ਇਹ ਅਨਾਉਂਸਮੈਂਟ ਕਰਦੇ ਆ ਤਾਂ ਮੇਰਾ ਯਕੀਨ ਹੋਰ ਪੁਖਤਾ ਹੋ ਜਾਂਦਾ ਕਿ ਜਦੋਂ ਤੁਸੀਂ ਇਨਫੋਰਮੇਸ਼ਨ ਲਈ ਆਪਣੇ ਸ਼ੋਬੇ ਨਾਲ, ਆਪਣੇ ਪ੍ਰੋਫੈਸ਼ਨ ਨਾਲ ਸੰਬੰਧਿਤ ਹਾਰਡ ਵਰਕ ਕਰਦੇ ਹੋ ਤਾਂ ਤੁਹਾਡੇ ਕੋਲ ਜਾਣਕਾਰੀਆਂ ਇਕੱਤਰ ਹੋ ਹੀ ਜਾਂਦੀਆਂ। ਤੇ ਜਿਹੜਾ ਵੀ ਆਪਣੇ ਸ਼ੋਬੇ 'ਚ ਕਰੂਗਾ, ਸਾਡਾ ਦੁਖਾਂਤ ਹੈ, ਸਾਡੀ ਤਰਾਸਦੀ ਆ। ਅਸੀਂ ਪੰਜਾਬੀ ਹਾਸੇ ਠੱਠੇ 'ਚ ਚੀਜ਼ਾਂ ਨੂੰ ਕੱਢ ਦਿੰਦੇ ਆ, ਸੰਜੀਦਗੀ ਨਾਲ ਨਹੀਂ ਲੈਂਦੇ। ਅੱਜ ਪ੍ਰਧਾਨ ਮੰਤਰੀ ਨੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਜਿਹੜਾ ਬਾਲ ਵੀਰਤਾ ਦਿਨ ਦੀ ਗੱਲ ਕੀਤੀ ਹੈ, 26 ਵਾਲੇ ਦਿਨ, ਇਹਦਾ ਜ਼ਿਕਰ ਕਰਾਂਗੇ। ਇਹਦੇ ਅੰਦਰਲੀਆਂ ਕੁਝ ਹੋਰ ਪਰਤਾਂ ਦਾ ਜ਼ਿਕਰ ਕਰਾਂਗੇ। ਇਨਫੋਰਮੇਸ਼ਨ ਦੀ ਜਦੋਂ ਗੱਲ ਹੁੰਦੀ ਆ ਤਾਂ ਹੋਰ ਸਵਾਦ ਜ਼ਰਾ ਤਿੱਖਾ ਹੋ ਜਾਂਦਾ, ਇਹ ਜ਼ਰਾ ਹੋਰ ਸਵਾਦ ਸੰਘਣਾ ਹੋ ਜਾਂਦਾ। ਜੇ ਮੈਂ ਇਹ ਕਹਾਂ ਕਿ ਕਾਂਗਰਸ ਪਾਰਟੀ ਜਦੋਂ ਇਹ ਕਹਿੰਦੀ ਹੈ ਕਿ ਸਾਡੇ ਕੋਲ ਇੱਕ ਨਹੀਂ 111 ਚਿਹਰੇ ਆ, ਤਾਂ ਮੈਨੂੰ 111 ਹੋਰ ਪਾਸੇ ਖੜੇ ਨਜ਼ਰ ਆਉਂਦੇ ਆ। ਇਕੱਲੇ 111 ਨਹੀਂ, ਇਹਦੇ ਨਾਲ 111 ਹੋਰ ਆ। 1,01,111 ਵਾਲੀ ਕਤਾਰ ਬਣਦੀ ਹੈ। ਹੁਣ ਇਹਦੇ ਤੇ ਦੋ ਤਿੰਨ ਇਨਫੋਰਮੇਸ਼ਨ ਮੈਂ ਸਾਂਝੀਆਂ ਕਰਨੀਆਂ। ਕਰੋਨਾ ਕਾਲ ਦੀ ਗੱਲ ਆ, ਗੱਲ ਹਿਮਾਚਲ ਦੀਆਂ ਵਾਦੀਆਂ ਦੀ ਆ ਤੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਟੇਕੂ ਨੂੰ ਰਾਹੁਲ ਗਾਂਧੀ ਕਹਿੰਦੇ ਆ ਵੀ ਜੇ ਅਗਲੀ ਗਵਰਨਮੈਂਟ ਆਈ ਤਾਂ ਸਾਡਾ ਚਿਹਰਾ ਮਨਪ੍ਰੀਤ ਬਾਦਲ ਹੋਣਗੇ। ਹੁਣ ਜਿਹਨੂੰ ਮੇਰੇ ਗੱਲ ਤੇ ਸ਼ੱਕ ਆ, ਉਹ ਕਿਸੇ ਦਿਨ ਮਨਪ੍ਰੀਤ ਨਾਲ ਗੱਲ ਕਰਕੇ ਦੇਖ ਲਿਓ। ਮੈਂ 2 ਵਾਰੀ ਕੋਸ਼ਿਸ਼ ਕੀਤੀ, ਮੇਰੀ ਗੱਲ ਨਹੀਂ ਹੋਈ, ਪਰ ਮੇਰੀ ਜਾਣਕਾਰੀ ਬੜੀ ਪੁਖਤਾ। ਇਹ ਗੱਲ ਮਨਪ੍ਰੀਤ ਨੇ ਇੱਕ ਤੋਂ ਵੱਧ ਥਾਵਾਂ ਤੇ ਇੱਕ ਤੋਂ ਵੱਧ ਬੰਦਿਆਂ ਦੇ ਦੌਰਾਨ ਕਹੀ ਆ ਕਿ ਰਾਹੁਲ ਗਾਂਧੀ ਨੇ ਆਹ ਗੱਲ ਫਲਾਣੀ ਜਗ੍ਹਾ ਤੇ ਕਹੀ ਸੀ। ਕਿਉਂਕਿ ਮੈਂ ਇਹ ਵੀ ਦੱਸ ਦਿਆਂ, ਅੱਜ ਕੋਈ ਇਤਰਾਜ਼ ਉਠਾਊਗਾ ਕਿ ਜਦੋਂ ਗਾਂਧੀ ਪਰਿਵਾਰ ਸ਼ਿਮਲੇ ਦੀਆਂ ਵਾਦੀਆਂ ਵੱਲ ਆਉਂਦਾ ਹੁੰਦਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਫੀ ਪ੍ਰਬੰਧ ਕੀਤੇ ਜਾਂਦੇ ਸੀ ਬਤੌਰ ਮੁੱਖ ਮੰਤਰੀ। ਕੋਈ ਇਤਰਾਜ਼ ਉਠਾਵੇ ਵੱਖਰੀ ਗੱਲ ਆ, ਇਹ ਸੱਚ ਨੇ। ਤੇ ਤੁਹਾਨੂੰ ਜੇ ਯਾਦ ਹੋਵੇ, ਇਹ ਇੱਕ ਚਿਹਰਾ 111 ਤੋਂ ਮਤਲਬ ਚੰਨੀ, ਸਿੱਧੂ ਤੇ ਜਾਖੜ, ਜਿਹੜੇ ਹਰੀਸ਼ ਚੌਧਰੀ ਨੇ ਕਿ ਉਹਨਾਂ ਤੋਂ ਅਗਲਾ ਚਿਹਰਾ ਵਾ ਮਨਪ੍ਰੀਤ ਬਾਦਲ। ਮਨਪ੍ਰੀਤ ਬਾਦਲ ਦੇ ਬ੍ਰੇਨ 'ਚ ਗੱਲ ਫਸੀ ਆ ਕਿ ਅਗਲੀ ਵਾਰੀ ਜੇ ਕੁੰਡੀ ਫਸ ਗਈ ਤੇ ਇੱਕ ਚਿਹਰਾ ਮਨਪ੍ਰੀਤ ਬਾਦਲ ਵੀ ਆ। ਉਹ ਆਪਣੇ ਆਪ ਨੂੰ ਘਟਾ ਕੇ ਨਹੀਂ ਵੇਖਦੇ। ਮੈਂ ਯਾਦ ਕਰਾਵਾਂ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਪ੍ਰਤਾਪ ਸਿੰਘ ਬਾਜਵੇ ਨੂੰ ਪ੍ਰਧਾਨ ਕਾਂਗਰਸ ਕਮੇਟੀ ਦਾ ਬਣਾਇਆ ਗਿਆ ਸੀ ਤੇ ਉਹ ਵੀ ਕਿਸੇ ਦੀ ਨੂੰਹ ਧੀ ਨਾਲੋਂ ਆਪਣੇ ਆਪ ਨੂੰ ਘੱਟ ਨਹੀਂ ਸੀ ਸਮਝਦੇ ਭਾਸਕਰ ਸਾਹਿਬ। ਉਦੋਂ ਸਮਝਦੇ ਸੀ ਵੀ ਮੈਂ ਤਾਂ ਅਮਰਿੰਦਰ ਤੋਂ ਵੀ ਉੱਤੇ ਆ ਤੇ ਅਸੀਂ ਦੋ ਹੀ ਆ, ਜਾਂ ਅਮਰਿੰਦਰ ਜਾਂ ਉਸ ਤੋਂ ਬਾਅਦ ਮੈਂ। ਔਰ ਅਮਰਿੰਦਰ ਤੋਂ ਬਾਅਦ ਲਈ ਵੀ ਪ੍ਰਤਾਪ ਸਿੰਘ ਬਾਜਵਾ ਆਪਣਾ ਵਾਰਸ ਵਜੋਂ ਦਾਵਾ ਕਰਦੇ ਰਹੇ ਆ। ਉਹ ਬਾਕੀ ਤਾਂ ਲਾਂਗੜ ਭੁੰਗੜ ਹੀ ਸਮਝਦੇ ਸੀ ਸਾਰੇ ਵੀ ਏਡੀ ਕਿਹੜੀ ਗੱਲ ਆ, ਮੈਂ ਬੈਠਾ ਨਾ। ਸੋ ਇੱਕ ਚਿਹਰਾ ਇਹ ਵੀ ਗਿਣਤੀ 'ਚ ਲੈ ਆਓ। ਆ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਾਸੇ ਕਿੱਦਾਂ ਕੱਢ ਲਓਗੇ, ਜਿਹੜੇ ਬਣਦੇ ਰਹਿ ਗਏ, ਜਿਨ੍ਹਾਂ ਦੇ ਹੱਕ 'ਚ MLA ਬੜੇ ਖੜੇ ਸੀ। ਉਹ ਕਹਿੰਦੇ ਪਿਛਲੀ ਵਾਰ ਨਹੀਂ ਤੇ ਐਤਕਾ ਹਾਰਡ ਵਰਕ ਕੰਮ ਕਰ ਜੂ, MLA ਤੇ ਮੈਂ ਸਾਰੇ ਐਵਲਾਈਜ਼ ਕਰਦਾ, ਤੇ ਹੁਣ ਵੀ ਕੀਤੇ ਆ। ਸੋ 111 ਨਹੀਂ, ਇਹਦੇ ਨਾਲ ਡਬਲ ਕਰ ਲਓ, 111 ਪਲੱਸ 111। ਤੇ ਕੱਲ ਨੂੰ ਜਦੋਂ ਮੋਗੇ ਦੇ ਵਿੱਚ ਸੋਨੂ ਸੂਦ ਦੀ ਭੈਣ ਕਾਂਗਰਸ ਜੁਆਇਨ ਕਰ ਜੂ ਤੇ 2012 ਵਾਲਾ ਮੰਜ਼ਰ ਯਾਦ ਕਰ ਲਓ ਭਾਸਕਰ ਸਾਹਿਬ। ਉਦੋਂ ਵੀ ਕਾਂਗਰਸ ਦੇ ਬਾਗੀ ਇੰਨੇ ਖੜੇ ਹੋਏ ਸੀ ਜਿਨ੍ਹਾਂ ਨੂੰ ਅਕਾਲੀਆਂ ਨੇ ਦੇ ਕੇ ਥਾਪੜਾ ਕਿਹਾ, ਆਜੋ ਪਿਛਾਂਹ ਨਾ ਹਟਿਓ, ਨਾਲ ਖਲੋਤੇ ਆ, ਖਰਚੇ ਖੁਰਚੇ ਦੀ ਫਿਕਰ ਨਾ ਕਰਿਓ, ਡਰਿਓ ਨਾ। ਤੇ ਕਾਂਗਰਸ ਨੂੰ ਇਹ ਡੂੰਘੇ ਪਾਣੀ 'ਚ ਲੈ ਗਏ ਸੀ। ਸੁਖਬੀਰ ਵੱਡੇ ਮੈਨੇਜਰ ਵਜੋਂ ਪ੍ਰੂਵ ਹੋ ਗਏ ਸੀ। ਇਹ ਗੱਲ ਪੱਕੀ ਹੈ ਨਾ। ਤੇ ਇੱਕ ਆਖਰੀ ਖਬਰ ਜਿਹੜੀ ਆ ਉਹ ਤੁਸੀਂ ਲੈ ਲਿਓ, ਮੈਂ ਫਿਰ ਜ਼ਰੂਰ ਆਊਂਗਾ ਕਿ ਜੇ ਮਾਲਵਿਕਾ ਸੋਨੂ ਸੂਦ ਦੀ ਭੈਣ ਕਾਂਗਰਸ ਜੁਆਇਨ ਕਰਦੇ ਆ ਤਾਂ ਜਿਹੜਾ ਮੌਜੂਦਾ MLA ਆ ਉਹ ਬਾਗੀ ਨਹੀਂ ਹੋਊਗਾ ਤੇ ਕੀ ਕਰੂਗਾ। ਤੇ ਜੇ 5-7-10 ਹਜ਼ਾਰ ਵੋਟ ਲੈ ਕੇ ਜਾਂਦਾ ਤੇ ਕਿਹਦੀ ਲੈ ਕੇ ਜਾਊਗਾ। ਤੇ ਜੇ ਇਸ ਤਰ੍ਹਾਂ ਦੇ 12-15 ਹੋਰ ਵੀ ਹੈਗੇ ਆ, ਕਿਉਂਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਕਾਫੀ ਟਿਕਟਾਂ ਦਿੱਤੀਆਂ ਨੇ, ਹੁਣ ਗੱਲ ਤੇ ਕਾਂਗਰਸ ਦੇ ਸਿਆਪਿਆਂ ਦੀ ਪੈਣੀ ਆ। ਤੇ ਇਹ ਬੰਦੇ ਕਿੱਥੇ ਕਿਹੜੇ ਖਾਤੇ 'ਚ ਪਾਉਣੇ ਆ, ਦਿਲਚਸਪ ਹੋਣ ਵਾਲੀ ਇਹ ਲੜਾਈ ਹੈ। ਜੇ ਕਿਸਾਨਾਂ ਨੇ ਵੀ ਲੱਕ ਬੱਧਾ ਪਿਆ, ਮੁੜ ਕੇ ਆਵਾਂ ਪ੍ਰਧਾਨ ਮੰਤਰੀ ਦੀ ਅਨਾਉਂਸਮੈਂਟ ਤੋਂ ਗੱਲ ਸ਼ੁਰੂ ਕਰਿਓ, ਜਰਾ ਦੱਸਿਓ। ਉਂਝ ਅੱਜ ਚੰਡੀਗੜ੍ਹ ਤੇ ਗਲਿਆਰਿਆਂ 'ਚ ਕਹਿੰਦੇ ਫਿਰ ਸਿੱਧੂ ਰੁੱਸੇ ਫਿਰਦੇ ਸੀ। ਐਤਕਾ ਚੰਨੀ ਨੇ ਵੀ ਕਿਹਾ ਕਿ ਮੈਂ ਮਾੜਾ ਚਿਹਰਾ, ਜੇ ਸਿੱਧੂ ਚਿਹਰਾ ਕਹਿੰਦੇ ਮੈਨੂੰ ਬਣਾਓ ਤੇ ਮੈਨੂੰ ਕਿਉਂ ਨਹੀਂ। ਇਹਦੇ ਤੇ ਬਾਅਦ 'ਚ ਆਉਂਦੇ ਆ। ਪਹਿਲਾਂ ਪ੍ਰਧਾਨ ਮੰਤਰੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਇਹ ਜਿਹੜੇ ਐਲਾਨ ਨੇ ਉਹਨਾਂ ਦਾ ਜ਼ਿਕਰ, ਜਿਹਦਾ ਅਸੀਂ ਜ਼ਿਕਰ ਕੀਤਾ ਸੀ। ਹਾਲਾਂਕਿ ਸਾਡੀ ਆਲੋਚਨਾ ਬੜੀ ਹੋਈ ਸੀ, ਕਈ ਬੜੇ ਸ਼ਮਲਿਆਂ ਵਾਲੇ ਕਹਿੰਦੇ ਸੀ
ਇਹ ਜੀ ਇਹ ਤਾਂ ਇਹ ਆ ਜੀ, ਇਹ ਤਾਂ ਇਹ ਆ ਜੀ, ਨਾਂ ਨਹੀਂ ਕਿਸੇ ਦਾ ਲੈਣਾ। ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਜਦ ਅਸੀਂ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਸੀ ਕਿ ਪ੍ਰਧਾਨ ਮੰਤਰੀ ਦਾ ਵਾਪਸ ਜਾਣਾ, ਉਹ ਪੰਜਾਬ ਕਿਸੇ ਨਾ ਕਿਸੇ ਜਗ੍ਹਾ ਬਹੁਤ ਸਾਰੀ ਚੀਜ਼ਾਂ ਸੀਗੀ, ਜਿਹੜੇ ਬਹੁਤ ਸਾਰੇ ਪੈਂਡਿੰਗ ਇਸ਼ੂ ਸੀਗੇ ਜਿਹੜੇ ਪੰਜਾਬ ਦੇ, ਉਹਦੇ ਤੋਂ ਵਾਂਝਾ ਰਹਿ ਗਿਆ। ਕਿਉਂਕਿ ਸਾਡੇ ਕੋਲ ਲਿਸਟ ਸੀਗੀ, ਸਾਡੇ ਕੋਲ ਉਹ ਪੱਕੀ ਇਨਫੋਰਮੇਸ਼ਨ ਸੀਗੀ ਜਿਹੜੀ ਪ੍ਰਧਾਨ ਮੰਤਰੀ ਨੇ ਅਨਾਉਂਸਮੈਂਟ ਕਰਨੀ ਸੀਗੀ। ਪਰ ਚਲੋ ਜਦੋਂ ਅਸੀਂ ਇਸ ਗੱਲ ਦਾ ਜ਼ਿਕਰ ਕੀਤਾ ਤੇ ਤੁਸੀਂ ਜਿਹੜੀ ਗੱਲ ਹੁਣੇ ਕਹਿ ਕੇ ਹਟੇ ਹੋ ਕਿ ਆ ਜਿਹੜੇ ਥੱਲੇ ਜਿਹੜੇ ਮੈਸੇਜ ਦੇ ਚੱਲਦੇ ਆ ਨਾ, ਇਹਦੇ ਵਿੱਚ ਬਹੁਤ ਕੁਝ ਐਦਾਂ ਦਾ ਕਿਹਾ ਗਿਆ ਕਿ ਵੀ ਤੁਸੀਂ ਤੇ ਭਾਜਪਾ ਦੇ ਹੱਕ 'ਚ ਭੁਗਤ ਗਏ, ਹੋਰ ਪਤਾ ਨਹੀਂ ਕੀ। ਪਰ ਗੱਲ ਮੈਂ ਅੱਜ ਵੀ ਉਹੀ ਗੱਲ ਤੇ ਟਿਕੇ ਹੋਏ ਆ ਆਪਾਂ ਕਿ ਆ ਜਿਹੜੀ ਅੱਜ ਬਾਲ ਵੀਰ ਦਿਵਸ ਜਿਹੜਾ ਹੈਗਾ, ਵੀਰ ਬਾਲ ਦਿਵਸ, ਉਹ ਵੀ ਉਸ ਅਨਾਉਂਸਮੈਂਟ ਦੇ ਵਿੱਚ ਬੜਾ ਜ਼ੋਰ ਦੇ ਕੇ ਅਸੀਂ ਕਿਹਾ ਸੀਗਾ ਕਿ ਇਹਦੇ ਉੱਤੇ ਇੱਕ ਬਰੇਵਰੀ ਅਵਾਰਡ ਵੀ ਘੋਸ਼ਿਤ ਕੀਤਾ ਜਾ ਸਕਦਾ ਹੈ। ਅਗਲੀ ਗੱਲ ਵੀ ਕਹੀ ਸੀ ਅਸੀਂ, ਜੀ 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 ਜੀ, ਉਹਦੀ ਅਨਾਉਂਸਮੈਂਟ ਤੇ ਨਹੀਂ ਹੋਈ, ਪਰ ਵੀਰ ਬਾਲ ਦਿਵਸ 26 ਦਸੰਬਰ ਨੂੰ ਹਰ ਸਾਲ ਮਨਾਇਆ ਜਾਏਗਾ। ਨਹੀਂ ਭਾਸਕਰ ਸਾਹਿਬ, ਤੁਸੀਂ ਠੀਕ ਹੈ, ਪ੍ਰਸਤਾਵਿਤ ਸੀ, ਪ੍ਰਪੋਜ਼ਡ ਸੀ, ਇਹ ਦੋਨੇ ਚੀਜ਼ਾਂ ਹੀ ਜਿਹੜੀਆਂ ਸਾਡੇ ਕੋਲ ਇਨਫੋਰਮੇਸ਼ਨ ਸੀ, ਪ੍ਰਸਤਾਵਿਤ ਸੀ। ਹੁਣ ਤਾਂ ਚੋਣ ਜਾਬਤਾ ਲੱਗ ਗਿਆ, ਹੁਣ ਅਨਾਉਂਸਮੈਂਟਸ ਵੀ ਬਹੁਤ ਮੁਸ਼ਕਲ ਹੋ ਜਾਂਦੀਆਂ ਨੇ ਕਿਸੇ ਵੇਲੇ। ਲੇਕਿਨ ਜਿਹੜਾ ਧਾਰਮਿਕ ਖੇਤਰ ਨਾਲ ਸੰਬੰਧਿਤ ਅੱਜ ਦਾ ਐਲਾਨ ਆ, ਸ਼ਾਇਦ ਇਹ ਚੋਣ ਜਾਬਤੇ ਦੇ ਵਿੱਚ ਉਸ ਤਰ੍ਹਾਂ ਨਹੀਂ ਆਉਂਦਾ, ਕਿਉਂਕਿ ਇਹ ਦੇਸ਼ ਦੇ ਨਜ਼ਰੀਏ ਤੋਂ ਆ, ਇਹ ਬਹੁਤ ਵੱਡੇ ਦਿਨ ਨੂੰ ਸਮਰਪਿਤ ਆ। ਹਾਂ, ਹੁਣ ਤੁਸੀਂ ਅੱਗੇ ਕਹੋ। ਬਿਲਕੁਲ। ਔਰ ਜਿਹੜੀ ਹੋਰ ਵੀ ਬਹੁਤ ਸਾਰੀ ਗੱਲਾਂ ਸੀ ਜਿਹਦਾ ਖੁਲਾਸਾ ਸੀ ਉਸ ਪ੍ਰੋਗਰਾਮ ਦੇ ਵਿੱਚ ਕੀਤਾ ਸੀਗਾ। ਅੱਜ ਵੀ ਸਾਡੇ ਕੋਲ ਇਹੀ ਇਸ ਗੱਲ ਦੀ ਕੰਸੋ ਹੈਗੀ ਹੈ ਕਿ ਉਹ ਵੀ ਸਾਰੇ ਪ੍ਰੋਗਰਾਮ ਦੇਰ ਸਵੇਰ ਭਾਵੇਂ ਬੀਜੇਪੀ ਦੇ ਮੈਨੀਫੈਸਟੋ ਦੇ ਵਿੱਚ ਨਜ਼ਰ ਆਉਣ ਜਾਂ ਫਿਰ ਚੋਣ ਜਿਹੜੀ ਇਲੈਕਸ਼ਨ ਦੀ ਰੈਲੀਆਂ ਹੋਣਗੀਆਂ ਉਹਦੇ ਵਿੱਚ ਵੀ ਕੁਝ ਏਦਾਂ ਦੀ ਗੱਲਾਂ ਹੋ ਸਕਦੀ ਹੈ। ਚਲੋ, ਇੱਕ ਅਨਾਉਂਸਮੈਂਟ ਹੋਣ ਤੋਂ ਬਾਅਦ ਸਾਡੇ ਜਿਹੜੇ ਦਰਸ਼ਕ ਸਾਡੀ ਆਲੋਚਨਾ ਕਰਦੇ ਸੀਗੇ ਉਹਨਾਂ ਨੂੰ ਇਹ ਤੇ ਪਤਾ ਲੱਗਿਆ ਹੋਵੇਗਾ ਕਿ ਸਾਡੇ ਕੋਲ ਇਨਫੋਰਮੇਸ਼ਨ ਪੱਕੀ ਸੀਗੀ। ਔਰ ਜਿਸ ਤਰੀਕੇ ਨਾਲ ਜਿਹੜੀ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ ਬ੍ਰੀਚ ਹੋਇਆ ਔਰ ਉਹ ਇੱਕ ਨੈਸ਼ਨਲ ਇਸ਼ੂ ਬਣ ਕੇ ਉੱਭਰਿਆ, ਉਸ ਇਸ਼ੂ ਦੇ ਉੱਤੇ ਵੀ ਕਿਸੇ ਨਾ ਕਿਸੇ ਜਗ੍ਹਾ ਠੰਡ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਜਦ ਗੱਲ ਨਿਕਲੇਗੀ, ਕਿਉਂਕਿ ਹਾਈ ਕੋਰਟ ਦੇ ਰਜਿਸਟਰੀ ਦੇ ਵਿੱਚ ਦੋਨੋਂ ਰਿਪੋਰਟਾਂ ਤਕਰੀਬਨ ਹੁਣ ਤੱਕ ਤੇ ਸਬਮਿਟ ਹੋ ਗਈ ਹੋਣੀ ਹੈ ਜਾਂ ਕੱਲ ਸਵੇਰੇ ਤੱਕ ਹੋ ਜਾਏਗੀ। ਉਹਨਾਂ ਰਿਪੋਰਟਾਂ ਦੇ ਵਿੱਚ ਕਈ ਲੋਕਾਂ ਦੀ ਰਿਸਪੌਂਸਿਬਿਲਿਟੀ ਜਾਂ ਜ਼ਿੰਮੇਵਾਰੀ ਤੇ ਜ਼ਰੂਰ ਸਾਬਿਤ ਕੀਤੀ ਜਾਏਗੀ। ਔਰ ਉਹਦੇ ਵਿੱਚ ਭਾਵੇਂ ਉਹ ਐਸਪੀਜੀ ਹੋਰ ਕੇਂਦਰੀ ਏਜੰਸੀਆਂ ਹੋਣ ਜਾਂ ਪੰਜਾਬ ਪੁਲਿਸ, ਜ਼ਿੰਮੇਵਾਰੀ ਤੇ ਬਣਦੀ ਹੈ। ਉਹਦਾ ਕੀ ਰਿਜ਼ਲਟ ਨਿਕਲੇਗਾ, ਪਰ ਫਿਲਹਾਲ ਜਿਹੜੇ ਉਹਦੇ ਪੋਲੀਟੀਕਲ ਰਿਪਰਕੇਸ਼ਨ ਸੀਗੇ, ਕਿਹਾ ਜਾਂਦਾ ਸੀਗਾ ਕਿ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲਾਇਆ ਜਾ ਸਕਦਾ ਹੈ। ਚੰਨੀ ਉਹਨਾਂ ਨੂੰ ਹੋਮ ਮਿਨਿਸਟਰ ਨੂੰ ਬਰਖਾਸਤ ਕਰਨ ਦੀ ਮੰਗ ਜਿਹੜੀ ਬੀਜੇਪੀ ਦੇ ਡੈਲੀਗੇਸ਼ਨ ਨੇ ਗਵਰਨਰ ਤੋਂ ਮੰਗੀ ਸੀਗੀ, ਉਹਨਾਂ ਮੰਗਾਂ ਦੇ ਉੱਤੇ ਕਿਸੇ ਨਾ ਕਿਸੇ ਜਗ੍ਹਾ ਗੱਲ ਖਤਮ ਹੋ ਗਈ। ਕਿਉਂਕਿ ਹੁਣ ਚੋਣ ਜਾਬਤਾ ਲੱਗ ਚੁੱਕਿਆ ਹੈ, ਇਲੈਕਸ਼ਨ 14 ਫਰਵਰੀ ਨੂੰ ਪੰਜਾਬ ਵਿੱਚ ਡਿਊ ਹੈਗੇ ਨੇ। ਪਰ ਹਾਂ, ਇਸ ਰਿਪੋਰਟ ਦੇ ਉੱਤੇ ਐਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਮਾਮਲਾ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦਾ ਹੈ। ਔਰ ਪ੍ਰਾਈਮ ਮਿਨਿਸਟਰ ਅਗਰ ਸਾਡੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸੇਫ ਨਹੀਂ ਮਹਿਸੂਸ ਕਰਦੇ ਤੇ ਸਾਡੇ ਵਾਸਤੇ ਇਹ ਮੁੱਦਾ ਹੋਰ ਵੀ ਵੱਡਾ ਹੈ। ਕਾਰਨ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਆਣਾ, ਭਾਵੇਂ ਉਹਦੇ ਜੋ ਮਰਜ਼ੀ ਕਾਰਨ ਸੀਗੇ, ਪਰ ਜਿੱਦਾਂ ਆਪਾਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਸਿਕਿਉਰਿਟੀ ਦੇ ਵਿੱਚ ਬ੍ਰੀਚ ਤੇ ਹੋਇਆ, ਉਹਦੇ ਵਾਸਤੇ ਕੌਣ ਲੋਕ ਜ਼ਿੰਮੇਵਾਰ ਸੀ, ਇਹ ਅੱਗੇ ਤੋਂ ਕਦੀ ਕਿਸੇ ਵੀ ਦੇਸ਼ ਦੇ ਕਾਰਨਰ ਦੇ ਵਿੱਚ ਨਹੀਂ ਹੋਣਾ ਚਾਹੀਦਾ। ਇਹਦੇ ਵਾਸਤੇ ਇਹਦੀ ਪ੍ਰੋਪਰ ਰਿਪੋਰਟ, ਪ੍ਰੋਪਰ ਇਨਵੈਸਟੀਗੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਔਰ ਲੱਗਦਾ ਕਿ ਹੋ ਵੀ ਰਹੀ ਹੈ। ਪਰ ਹੁਣ ਇਹਦੇ 'ਚ ਇੱਕ ਗੱਲ ਮੈਨੂੰ ਐਡ ਕਰਨ ਦਿਓ, ਮਾਫੀ ਮੰਗ ਕੇ, ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਖਾਮੀ ਪ੍ਰਸ਼ਾਸਨਿਕ ਪੱਧਰ ਤੇ ਰਹੀ, ਲੇਕਿਨ ਭੁਗਤਿਆ ਸਾਰੇ ਪੰਜਾਬੀਆਂ ਨੇ। ਅਸੀਂ ਇਹ ਦੋਸ਼ ਕਿਉਂ ਲਈਏ? ਇੱਕ ਆਮ ਪੰਜਾਬੀ ਦਾ ਇਹਦੇ ਵਿੱਚ ਕੀ ਰੋਲ ਆ? ਕਈ ਪੱਧਰ ਦੇ ਉੱਤੇ ਟਵੀਟਸ ਤੋਂ ਲੈ ਕੇ ਕਈ ਫਬਤੀਆਂ ਕੱਸੀਆਂ ਗਈਆਂ। ਮੈਨੂੰ ਲੱਗਦਾ ਕਿ ਸਾਨੂੰ, ਸਾਡੇ ਦੇਸ਼ ਦੇ ਲੋਕਾਂ ਨੂੰ ਸੰਜੀਦਾ ਹੋਣ ਦੀ ਲੋੜ ਆ, ਥੋੜਾ ਜਿਹਾ ਵੱਡਾ ਦਿਲ ਰੱਖਣ ਦੀ ਲੋੜ ਆ। ਪੰਜਾਬੀਆਂ ਨੇ ਇਹ ਦੋਸ਼ ਆਪਣੇ ਦੇ ਉੱਤੇ ਲਿਆ ਵਾ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬੀਆਂ ਦਾ ਕਿਸੇ ਦਾ ਕੋਈ ਕਸੂਰ ਨਹੀਂ। ਇਹ ਪੁਲਿਸ ਜਿਹੜੀ ਐਸਪੀਜੀ ਹੈ ਔਰ ਜਿਹੜੇ ਉਹਨਾਂ ਦੇ ਬਾਕੀ ਆਈਬੀ ਤੇ ਬਾਕੀ ਏਜੰਸੀਜ਼ ਆ, ਉਹਨਾਂ ਨੇ ਦੇਖਣਾ ਸੀ ਮੌਕੇ ਤੇ ਫੈਸਲੇ ਕੀ ਲੈਣੇ ਆ। ਲੇਕਿਨ ਪੰਜਾਬ ਨੂੰ ਕਟਹਿਰੇ 'ਚ ਖੜੀ ਕਰੇ ਰੱਖਿਆ, 2-3 ਦਿਨ ਕਟਹਿਰੇ 'ਚ ਖੜਾ ਕਰੀ ਰੱਖਿਆ ਨੈਸ਼ਨਲ ਮੀਡੀਆ ਨੇ। ਅਸੀਂ ਵੀ ਕੋਈ ਘੱਟ ਨਹੀਂ, ਆਪਾਂ ਵੀ ਸਾਰੇ ਵਹਿਣ 'ਚ ਬਹਿ ਜਾਂਦੇ ਆ। ਪਰ ਸੱਚ ਤਾਂ ਇਹ ਆ ਕਿ ਆਮ ਸਧਾਰਨ ਪੰਜਾਬੀ ਦਾ ਇਹਦੇ ਵਿੱਚ ਕੋਈ ਵੀ ਦੋਸ਼ ਹੈ ਨਹੀਂ ਸੀ। ਅਸੀਂ ਐਵੇਂ ਹੀ ਦੋਸ਼ੀਆਂ ਦੀ ਲਿਸਟ ਵਿੱਚ ਖੜੇ ਕਰੀ ਰੱਖੇ ਗਏ। ਖੈਰ, ਹੁਣ ਤੁਸੀਂ ਮੈਨੂੰ ਦੱਸਿਓ ਕਿ ਜਿਹੜੀ ਗੱਲ ਚੰਡੀਗੜ੍ਹ ਦੇ ਗਲਿਆਰਿਆਂ 'ਚੋਂ ਛਣ ਕੇ ਆ ਰਹੀ ਆ,
ਕਿ ਕਹਿੰਦੇ ਸਿੱਧੂ ਸਾਹਿਬ ਕਹਿੰਦੇ ਆ ਕਿ ਏਦਾਂ ਨਹੀਂ, ਜੇ ਤਾਂ ਲੜਨ ਲਈ ਮੈਨੂੰ ਕਹਿੰਦੇ ਹੋ ਤਾਂ ਫਿਰ ਮੈਨੂੰ ਜਰਨੈਲ ਬਣਾ ਕੇ ਲੜਾਓ। ਤੇ ਸੁਣਿਆ ਹੁਣ ਤਾਂ ਮੁੱਖ ਮੰਤਰੀ ਜਿਹੜੇ ਹੁਣ ਕਾਰਜਕਾਰੀ ਮੁੱਖ ਮੰਤਰੀ ਨੇ, ਔਰ ਉਹ ਵੀ ਕਹਿੰਦੇ ਆ ਕਿ ਮੈਂ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਆ। ਇਹ ਲੜਾਈ ਹੁਣ ਕਿੱਧਰ ਨੂੰ ਜਾਊਗੀ? ਬਾਕੀ ਜਿਹੜੇ 111 ਤੇ ਮਲਟੀਪਲਾਈ 2 ਮਤਲਬ 111 ਪਲੱਸ 111 ਉਸ ਤੋਂ ਬਾਅਦ ਚ ਗੱਲ ਕਰ ਲੈਂਦੇ ਜੀ। ਬਿਲਕੁਲ, ਤੁਹਾਡੇ ਕੋਲ ਜਿਹੜੀ ਇਹ ਖਬਰ ਹੈਗੀ ਹੈ, ਚੰਡੀਗੜ੍ਹ ਕੱਲ ਦੇਰ ਰਾਤ 12 ਵਜੇ ਤੋਂ ਬਾਅਦ ਵੀ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ, ਜਿਹਦੇ ਵਿੱਚ ਹਰੀਸ਼ ਚੌਧਰੀ ਜਿਹੜੇ ਇੰਚਾਰਜ ਨੇ ਪੰਜਾਬ ਦੇ ਕਾਂਗਰਸ ਦੇ, ਉਹ ਵੀ ਸ਼ਾਮਿਲ ਸੀਗੇ, ਕਿਉਂਕਿ ਕੱਲ ਚੋਣ ਜ਼ਾਬਤਾ ਲੱਗ ਗਿਆ। ਕਿਹਾ ਜਾਂਦਾ ਸੀਗਾ ਕਿ 8 ਤਰੀਕ ਨੂੰ ਕਾਂਗਰਸ ਦੀ ਪਹਿਲੀ ਲਿਸਟ ਆਏਗੀ। ਇਹ ਵੀ ਖਬਰਾਂ ਨਿਕਲ ਕੇ ਆ ਰਹੀ ਹੈ ਕਿ ਵੀ 70 ਤੋਂ ਲੈ ਕੇ 75 ਜਾਂ ਫਿਰ 80 ਕੈਂਡੀਡੇਟ ਉਹਨਾਂ ਨੇ ਫਾਈਨਲਾਈਜ਼ ਕਰ ਰਹੇ ਨੇ। ਹੁਣ ਉਹ ਲਿਸਟ ਕੱਲ ਰਿਲੀਜ਼ ਹੋਣ ਦੀ ਸੰਭਾਵਨਾ ਹੈ, ਕਿਉਂਕਿ ਅੱਜ ਵੀ 3 ਦੌਰ ਦੀ ਮੀਟਿੰਗ ਹੋਈ, ਔਰ ਚੰਡੀਗੜ੍ਹ ਦੇ ਵਿੱਚ ਭਾਵੇਂ ਉਹ ਪ੍ਰਗਟ ਸਿੰਘ ਹੋਣ ਜਿਹੜੇ ਆਰਗੇਨਾਈਜੇਸ਼ਨਲ ਸੈਕਟਰੀ ਹੈਗੇ ਨੇ ਜਾਂ ਹੋਰ ਸੀਨੀਅਰ ਆਗੂ, ਉਹ ਸਾਰੇ ਸਿਰ ਜੋੜ ਕੇ ਬੈਠੇ। ਪਰ ਮੁੱਦਾ ਜਿਹੜਾ ਕੈਂਡੀਡੇਟ ਸਿਲੈਕਸ਼ਨ ਸੀਗਾ, ਉਸ ਤੋਂ ਜ਼ਿਆਦਾ ਇਹ ਮੁੱਦਾ ਜ਼ਿਆਦਾ ਭਾਰੀ ਰਿਹਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਹਜੇ ਵੀ ਆਪਣੇ ਮੁੱਦੇ ਨੂੰ ਛੱਡਿਆ ਨਹੀਂ। ਉਹਨਾਂ ਨੇ ਇਸ ਗੱਲ ਦੇ ਉੱਤੇ ਹਜੇ ਵੀ ਪੂਰਾ ਜ਼ੋਰ ਪਾਇਆ ਹੋਇਆ ਹੈ ਕਿ ਮੈਨੂੰ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਕਰੋ। ਪਰ ਕਿਉਂਕਿ ਹਾਈ ਕਮਾਨ ਨੇ, ਚਾਹੇ ਉਹ ਜਾਖੜ ਸਾਹਿਬ ਹੋਣ, ਚਾਹੇ ਉਹ ਰਾਹੁਲ ਗਾਂਧੀ ਹੋਣ, ਜਾਂ ਫਿਰ ਜਿਹੜੇ ਹਰੀਸ਼ ਚੌਧਰੀ ਹੋਣ, ਉਹਨਾਂ ਨੇ ਇਹ ਗੱਲ ਦੇ ਉੱਤੇ ਫੈਸਲਾ ਕਰ ਲਿਆ ਹੈ ਕਿ ਵੀ ਐਤਕੀ 3 ਚਿਹਰਿਆਂ ਦੇ ਨਾਲ, ਯਾਨੀ ਸਮੂਹਿਕ ਚਿਹਰਿਆਂ ਦੇ ਨਾਲ ਉਹ ਐਤਕੀ ਇਲੈਕਸ਼ਨਾਂ ਦੇ ਵਿੱਚ ਜਾਣਗੇ। ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਬਤੌਰ PPCC ਪ੍ਰਧਾਨ, ਤੇ ਦੂਜੇ ਆਪਣੇ ਸੁਨੀਲ ਜਾਖੜ ਹੋਣਾ ਇੱਕ ਹਿੰਦੂ ਚਿਹਰੇ ਦੇ ਵਜੋਂ, ਤੇ ਤੀਜੇ ਪਾਸੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ। ਇਹ ਆਪਣੇ ਆਪ ਵਿੱਚ ਤਿੰਨਾਂ ਦੇ ਕਲੈਕਟਿਵ ਚਿਹਰੇ ਤੇ ਇਲੈਕਸ਼ਨ ਲੜਨ ਦਾ ਫੈਸਲਾ ਹੋ ਚੁੱਕਿਆ ਹੈ। ਹੁਣ ਇਸ ਗੱਲ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਦਾਂ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਨੂੰ ਜੇ ਬਤੌਰ ਮੁੱਖ ਮੰਤਰੀ ਪ੍ਰੋਜੈਕਟ ਨਹੀਂ ਕੀਤਾ ਤੇ ਇੱਕ ਵਾਰ ਉਹ ਸ਼ਾਇਦ ਫੇਰ ਘਰ ਬਹਿ ਜਾਣਗੇ। ਹਜੇ ਵੀ ਉਹ ਸਥਿਤੀ ਬਣੀ ਹੋਈ ਹੈ, ਹਜੇ ਵੀ ਉਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਵੀ ਮੈਨੂੰ ਤੁਸੀਂ ਵਾਅਦਾ ਕੀਤਾ ਸੀ, ਮੈਨੂੰ ਪ੍ਰੋਮਿਸ ਕੀਤਾ ਸੀਗਾ, ਤੇ ਹੁਣ ਕਿਉਂ ਨਹੀਂ। ਚਲੋ ਦੇਖਦੇ ਆ, ਲੱਗਦਾ ਹੈ ਮਨਾ ਲਿੱਤਾ ਜਾਏਗਾ। ਪਰ ਅੱਜ ਚੰਡੀਗੜ੍ਹ ਦੇ ਵਿੱਚ ਜਿਹੜੇ ਟਿਕਟ ਸੀਕਰਸ ਨੇ, ਯਾਨੀ ਜਦ ਇਹ ਖਬਰ ਛਪਦੀ ਹੈ ਕਿ 20 ਕੁ MLA ਨੂੰ ਚੇਂਜ ਕੀਤਾ ਜਾ ਸਕਦਾ ਹੈ, ਔਰ ਜਿਹੜੇ ਪਹਿਲੇ ਵੀ ਕੈਂਡੀਡੇਟ ਅਨਾਉਂਸ ਕੀਤੇ ਸੀਗੇ ਉਹਨਾਂ ਨੂੰ ਵੀ ਚੇਂਜ ਕੀਤਾ ਜਾ ਸਕਦਾ ਹੈ, ਜੀ ਉੱਥੇ ਟਿਕਟ ਸੀਕਰਸ ਦੀ ਲਾਈਨ ਲੱਗ ਗਈ। ਸਭ ਆਪਣੇ ਆਪਣੇ ਕੰਟੈਕਟਸ ਦੇ ਰਾਹੀਂ ਆਪਣੇ ਆਪਣੇ ਪੋਲੀਟੀਕਲ ਮਾਸਟਰ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ, ਭਾਵੇਂ ਉਹਨਾਂ ਦਾ ਨਾਮ ਪੈਨਲ ਦੇ ਵਿੱਚ ਗਿਆ ਹੈ ਜਾਂ ਨਹੀਂ ਗਿਆ, ਪਰ ਕਿਸੇ ਵੀ ਬੈਕਡੋਰ ਤੋਂ ਐਂਟਰੀ ਭਾਲਣ ਵਾਲਿਆਂ ਦੀ ਅੱਜ ਭੀੜ ਚੰਡੀਗੜ੍ਹ ਦੇ ਵਿੱਚ ਲੱਗੀ ਰਹੀ। ਔਰ ਉਹ ਵੀ ਤਦ ਜਦ ਇਲੈਕਸ਼ਨ 14 ਫਰਵਰੀ ਨੂੰ ਹੋਣੇ ਨੇ, ਔਰ ਤਕਰੀਬਨ ਕੱਲ 10 ਜਨਵਰੀ ਹੋ ਜਾਣੀ ਹੈ। ਯਾਨੀ ਮੰਨ ਕੇ ਚੱਲੋ ਕਿ 1 ਮਹੀਨਾ ਹੀ ਰਹਿ ਗਿਆ ਤਕਰੀਬਨ ਇਲੈਕਸ਼ਨ ਦੇ ਵਿੱਚ। ਤੇ ਇਹ ਜ਼ੋਰ ਅਜਮਾਇਸ਼ ਬੜੀ ਚੰਡੀਗੜ੍ਹ ਦੇ ਵਿੱਚ, ਜਿਹੜਾ ਪੰਜਾਬ ਦੇ ਵੱਖ-ਵੱਖ ਖੇਤਰ ਤੋਂ ਗੱਡੀਆਂ ਪਹੁੰਚ ਰਹੀ ਸੀ, ਮੇਲ ਜੋਲ ਹੋ ਰਿਹਾ ਸੀਗਾ। ਔਰ ਇੱਕ 10 ਸੈਕਟਰ ਦੇ ਵਿੱਚ ਇੱਕ ਕਾਫੀ ਵਾਲੀ ਜਗ੍ਹਾ ਹੈਗੀ ਹੈ, ਤੁਹਾਨੂੰ ਪਤਾ ਹੋਏਗਾ, ਉੱਥੇ ਬੜੇ ਬੰਦੇ ਇਕੱਠੇ ਹੋਏ, ਔਰ ਉੱਥੇ ਆਪਣੇ ਆਪਣੇ ਕੰਟੈਕਟ, ਆਪਣੇ ਆਪਣੇ ਲਿੰਕ ਪੜਾਉਣ ਦੀ ਕੋਸ਼ਿਸ਼ਾਂ ਹੋ ਰਹੀ ਸੀਗੀ। ਔਰ ਇਹ ਕੋਸ਼ਿਸ਼ ਤਦ ਤੱਕ ਰਹੇਗੀ ਜਦ ਤੱਕ ਕਿ ਉਸ ਪਰਟੀਕੂਲਰ ਕਨਸਟੀਟੂਐਂਸੀ ਜਾਂ ਜਿਸ ਤੋਂ ਉਹ ਟਿਕਟ ਚਾਹੁੰਦਾ ਹੈ ਬੰਦਾ, ਉਹਦਾ ਫਾਈਨਲਾਈਜੇਸ਼ਨ ਨਹੀਂ ਹੁੰਦਾ। ਔਰ ਕਾਂਗਰਸ ਵੀ ਪੂਰੀ ਮਜ਼ੇ ਲੈ ਰਹੀ ਹੈ। 3 ਕੁ ਦਿਨ ਹੋਰ ਅਗਰ ਮਗਰ ਬੰਦੇ ਤੇ ਹੋਣਗੇ ਜਦ ਤੱਕ ਟਿਕਟ ਅਨਾਉਂਸ ਨਹੀਂ ਹੁੰਦੀ। ਪਰ ਕਿਹਾ ਜਾਂਦਾ ਕਿ ਕੱਲ ਪਰਸੋਂ ਤੱਕ ਸ਼ਾਇਦ ਪਹਿਲੀ ਲਿਸਟ ਉਹ ਅਨਾਉਂਸ ਹੋ ਜਾਏਗੀ। ਭਾਸਕਰ ਸਾਹਿਬ, ਮੈਨੂੰ ਲੱਗਦਾ ਕਿ ਇਹ ਬੜੇ ਕ੍ਰੂਸ਼ਲ ਡੇਜ਼ ਨੇ, ਇਹਨਾਂ ਦੇ ਵਿੱਚ ਚੰਡੀਗੜ੍ਹ ਡੇਰੇ ਲਾਉਣੇ ਚਾਹੀਦੇ ਆ, ਔਰ ਇਹੋ ਜਿਹੀਆਂ ਜਿਹੜੀਆਂ ਸੱਥਾਂ ਨੇ ਨਾ, ਮਾਡਰਨ ਸੱਥਾਂ, ਇਹਨਾਂ ਦੇ ਆਲੇ ਦੁਆਲੇ ਗੇੜਾ ਕੱਢਦੇ ਰਹਿਣਾ ਚਾਹੀਦਾ। ਖੈਰ ਛੱਡ ਦਿੰਦੇ ਆ, ਕਿਉਂਕਿ ਇਨਫੋਰਮੇਸ਼ਨ ਅਸੀਂ ਇਕੱਠੀ ਕਰਨੀ ਹੁੰਦੀ ਆ ਆਪਣੇ ਦੋਸਤਾਂ ਮਿੱਤਰਾਂ ਸਾਥੀਆਂ ਲਈ, ਜਿਹੜੇ ਸਾਡੀ ਤਾਕਤ ਨੇ, ਜਿਹੜੇ ਸੁਣਦੇ ਨੇ, ਜਿਹੜਾ ਸਮਾਂ ਕੱਢ ਲੈਂਦੇ ਨੇ। ਵੈਸੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਦੋਸਤੋ, ਕਦੇ ਤੁਹਾਡੀ ਕੌੜੀ ਗੱਲ ਵੀ ਕੌੜੀ ਨਹੀਂ ਲੱਗੀ ਸਾਨੂੰ। ਦੂਜੀ ਗੱਲ, ਤੁਸੀਂ ਜਦੋਂ ਵੀ ਕੋਈ ਗੱਲ ਕਹਿ ਰਹੇ ਹੁੰਦੇ ਹੋ, ਤੁਸੀਂ ਸਾਡੀ ਕ੍ਰੈਡੀਬਿਲਿਟੀ ਨੂੰ ਧਿਆਨ 'ਚ ਰੱਖ ਕੇ ਕਹਿ ਰਹੇ ਹੁੰਦੇ ਹੋ, ਔਰ ਸਾਡਾ ਯਤਨ ਰਹਿੰਦਾ ਹੈ ਕਿ ਅਸੀਂ ਕ੍ਰਾਸ ਚੈੱਕ ਕਰਕੇ, ਕਈ ਵਾਰੀ ਕ੍ਰਾਸ ਚੈੱਕ ਕਰਕੇ ਅੱਗੇ ਵੱਧਦੇ ਹਾਂ। ਵੱਖਰੀ ਗੱਲ, ਪਰਿਸਥਿਤੀਆਂ ਬਦਲ ਜਾਣ, ਹਾਲਾਤ ਬਦਲ ਜਾਣ, ਜਿਹੜੀ ਪਹਿਲੀ ਇਨਫੋਰਮੇਸ਼ਨ ਆ ਉਹ ਕਿਸੇ ਹੋਰ ਇਨਫੋਰਮੇਸ਼ਨ ਦੇ ਰੂਪ 'ਚ ਤਬਦੀਲ ਹੋ ਕੇ ਆ ਜੇ, ਲੇਕਿਨ ਗੱਲ ਉਹ ਹੋਈ ਹੁੰਦੀ ਹੈ ਜਿਹੜੀ ਅਸੀਂ ਸਾਂਝੀ ਕਰਦੇ ਹਾਂ। ਕਿਉਂਕਿ ਬਹੁਤ ਵੱਡੇ ਬੰਦਿਆਂ ਨਾਲ ਸੰਬੰਧਿਤ ਇਨਫੋਰਮੇਸ਼ਨ ਸਾਨੂੰ ਵੀ ਬੜੀ ਸੋਚ ਸਮਝ ਕੇ ਅੱਗੇ ਵਧਾਉਣੀ ਪੈਂਦੀ ਆ। ਆਖਰ ਉਹਦਾ ਕੋਈ ਨਾ ਕੋਈ ਆਧਾਰ ਹੁੰਦਾ ਹੈ, ਫਿਰ ਕੋਈ ਨਾ ਕੋਈ ਲਿੰਕ, ਕੋਈ ਲੜੀ, ਕੋਈ ਕੜੀ ਜੁੜਦੀ ਆ। ਹੁਣ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ, ਮੈਨੂੰ ਉਹਦੇ ਉੱਤੇ ਟਿੱਪਣੀ ਤੁਹਾਡੀ ਚਾਹੀਦੀ ਹੈ ਕਿ ਤੁਸੀਂ ਜਦੋਂ ਸਿੱਧੂ, ਚੰਨੀ ਤੇ ਜਾਖੜ ਨੂੰ 1+1 ਕਰਕੇ ਵੇਖਦੇ ਹੋ 111 ਦੇ ਰੂਪ 'ਚ, ਤੁਸੀਂ ਉਦੋਂ ਸਰਦਾਰ ਪ੍ਰਤਾਪ ਸਿੰਘ ਬਾਜਵਾ,
ਮਨਪ੍ਰੀਤ ਸਿੰਘ ਬਾਦਲ ਔਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਘਟਾ ਕੇ ਕਿਵੇਂ ਵੇਖ ਸਕਦੇ ਹੋ? ਜਿਹੜੀਆਂ ਮੈਂ ਪਹਿਲਾਂ ਸ਼ੁਰੂਆਤੀ ਉਦਾਹਰਨਾਂ ਦਿੱਤੀਆਂ, ਇਹ ਸੱਚ ਹੈ ਭਾਸਕਰ ਸਾਹਿਬ ਕਿ ਸ਼ਿਮਲੇ ਦੇ ਵਿੱਚ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਟੇਕੂ ਨੂੰ ਇਹ ਗੱਲ ਕਹੀ ਸੀਗੀ ਕਿ ਜੇ ਅਗਲੀ ਵਾਰੀ ਸਾਡੀ ਮਨਸ਼ਾ ਮਨਪ੍ਰੀਤ ਬਾਦਲ ਨੂੰ ਬਤੌਰ ਮੁੱਖ ਮੰਤਰੀ ਅੱਗੇ ਵਧਾਉਣ ਦੀ ਆ, ਨਵੀਂ ਪੀੜ੍ਹੀ, ਕਿਉਂਕਿ ਤੁਹਾਨੂੰ ਯਾਦ ਹੋਵੇ ਉਹ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਚੁੱਕੇ ਸੀ ਕਿ ਮੇਰੀ ਲਾਸਟ ਇਨਿੰਗ ਆ, ਮੈਂ ਜ਼ਰੂਰ ਤੁਹਾਨੂੰ ਇਹ ਗੱਲ ਕਹਿਣੀ ਆ, ਤੇ ਉਹ ਗੱਲ ਮਨਪ੍ਰੀਤ ਬਾਦਲ ਉਹਨਾਂ ਨੇ ਦਿਲ 'ਚ ਵਸਾ ਕੇ ਰੱਖੀ ਆ, ਸੀਨੇ ਨਾਲ ਲਾ ਕੇ ਰੱਖੀ ਆ, ਤੇ ਉਹਨਾਂ ਨੇ ਇੱਕ ਤੋਂ ਵੱਧ ਵਾਰੀ ਕਈ ਜਿਹੜੇ ਰਾਜਸੀ ਗਲਿਆਰੇ ਉਹਨਾਂ 'ਚ ਕੀਤੀ ਵੀ ਆ ਕਿ ਰਾਹੁਲ ਗਾਂਧੀ ਨੇ ਫਲਾਣੇ ਵੇਲੇ ਤੁਹਾਨੂੰ ਯਾਦ ਆ ਜੀ ਇਹ ਗੱਲ ਕੀਤੀ ਸੀ। ਔਰ ਇਹ ਕਦੇ ਨਹੀਂ ਭੁੱਲਦੇ ਪ੍ਰਤਾਪ ਸਿੰਘ ਬਾਜਵਾ ਕਿ ਮੇਰੀ ਵਾਰੀ ਲੱਗਦੀ ਲੱਗਦੀ ਰਹਿ ਗਈ ਸੀਗੀ, ਤੇ ਇਹ ਵੀ ਗੱਲ ਪੱਕੀ ਆ ਕਿ ਵਾਰੀ ਲੱਗਦੀ ਲੱਗਦੀ ਸੁਖਜਿੰਦਰ ਸਿੰਘ ਰੰਧਾਵਾ ਦੀ ਐਤਕੀ ਰਹਿ ਗਈ। ਤਿੰਨਾਂ ਨੂੰ ਕਿਹੜੇ ਪਾਸੇ ਰੱਖ ਕੇ ਅੱਗੇ ਵਧੋਗੇ? ਉਹਨਾਂ ਦੀਆਂ ਖਾਹਿਸ਼ਾਂ ਜਗਾ ਕੇ ਤੁਸੀਂ ਉਹਨਾਂ ਨੂੰ ਸੌਣ ਲਈ ਨਹੀਂ ਕਹਿ ਸਕਦੇ। ਕੀ ਕਹਿੰਦੇ ਹੋ? ਦੇਖੋ, ਮੁੱਖ ਮੰਤਰੀ ਬਣਨ ਦੀ ਇੱਛਾ ਤੇ ਬਹੁਤ ਸਾਰੇ ਲੋਕੀ ਰੱਖਦੇ ਨੇ, ਜਿਹੜੇ ਤਿੰਨ ਨਾਂ ਤੁਸੀਂ ਲਿੱਤੇ, ਭਾਵੇਂ ਉਹ ਮਨਪ੍ਰੀਤ ਬਾਦਲ ਹੋਏ, ਪ੍ਰਤਾਪ ਬਾਜਵਾ ਹੋਏ ਜਾਂ ਸੁਖਜਿੰਦਰ ਰੰਧਾਵਾ ਹੋਏ। ਹੁਣ ਇਹ ਵੱਖ-ਵੱਖ ਸ਼ਖਸੀਅਤਾਂ, ਸੁਖਜਿੰਦਰ ਰੰਧਾਵਾ ਤੇ ਬਣਦੇ ਰਹਿ ਗਏ, ਅਨਾਉਂਸਮੈਂਟ ਵੀ ਹੋ ਗਈ ਸੀ, ਗੱਡੀਆਂ ਤੁਰ ਪਈ ਸੀ, ਰਾਜਪਾਲ ਦੇ ਕੋਲ ਵੀ ਜਾਣ ਨੂੰ ਤਿਆਰ ਸੀਗੇ, ਪਰ ਉਹ ਰਸਤੇ 'ਚ ਹੀ ਚੰਨੀ ਸਾਹਿਬ ਆ ਗਏ। ਉਹ ਕਈ ਵਾਰ ਤੁਹਾਡੇ ਨਾਲ ਨਾ ਹੋ ਜਾਂਦਾ ਇਦਾਂ ਦਾ ਕਿ ਵੀ ਹੋ ਗਿਆ ਕੰਮ, ਵਧਾਈਆਂ ਮਿਲਣੀ ਸ਼ੁਰੂ ਹੋ ਗਈ, ਗੁਲਦਸਤੇ ਵੀ ਮਿਲ ਗਏ, ਔਰ ਉਹਨਾਂ ਨੇ ਇੱਕ ਬਿਆਨ ਵੀ ਦੇ ਦਿੱਤਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਮੇਰੇ ਪਿਓ ਵਰਗਾ ਹੈਗੇ ਨੇ। ਮੈਨੂੰ ਲੱਗਦਾ ਉਹ ਉਸ ਬਿਆਨ ਦੇ ਬਾਅਦ ਸ਼ਾਇਦ ਉਹਨਾਂ ਦੀ ਗੱਲ ਦੇ ਵਿੱਚ ਕੋਈ ਅੜਚਨ ਆਈ ਹੋਏ, ਕਿਉਂਕਿ ਇੱਕ ਪਾਸੇ ਇੱਕ ਮੁੱਖ ਮੰਤਰੀ ਨੂੰ ਲਾ ਕੇ ਦੂਜਾ ਮੁੱਖ ਮੰਤਰੀ ਬਣਾਇਆ ਜਾ ਰਿਹਾ, ਔਰ ਦੂਜਾ ਮੁੱਖ ਮੰਤਰੀ ਜਿਹਦੀ ਅਨਾਉਂਸਮੈਂਟ ਵੀ ਤਕਰੀਬਨ ਹੋ ਗਈ ਸੀ, ਉਹਨੂੰ ਇਹ ਕਿਹਾ ਜਾ ਰਿਹਾ, ਉਹ ਇਹ ਕਹਿ ਰਿਹਾ ਹੈ ਕਿ ਵੀ ਕੈਪਟਨ ਅਮਰਿੰਦਰ ਸਿੰਘ ਤੇ ਮੇਰੇ ਪਿਓ ਵਰਗਾ ਹੈਗੇ ਨੇ, ਤੇ ਮੈਂ ਤੇ ਮਿਲੂੰਗਾ ਉਹਨਾਂ ਨੂੰ, ਮੈਂ ਤੇ ਸਿੱਧਾ ਉਹਨਾਂ ਕੋਲ ਜਾਊਂਗਾ। ਕਈ ਵਾਰ ਗੱਲਾਂ ਤੁਸੀਂ ਐਕਸਾਈਟਮੈਂਟ ਦੇ ਵਿੱਚ ਜਿਹੜੀ ਕਰ ਜਾਂਦੇ ਹੋ ਨਾ, ਉਹੀ ਗੱਲਾਂ ਤੁਹਾਡੇ ਐਂਟੀ ਚਲੀ ਜਾਂਦੀ ਹੈ। ਪਰ ਚਲੋ, ਆ ਜਿਹੜੇ ਮਨਪ੍ਰੀਤ ਬਾਦਲ ਉਹਨਾਂ ਵਾਲੀ ਗੱਲ ਦੱਸੀ ਨਾ, ਮਨਪ੍ਰੀਤ ਬਾਦਲ ਉਹਨਾਂ ਦੀ ਸ਼ੁਰੂ ਤੋਂ ਤੁਸੀਂ ਅਗਰ ਇਮੇਜ ਨੂੰ ਦੇਖੋ ਤੇ ਉਹ ਬੜੇ ਇਮੇਜ ਕੌਨਸ਼ੀਅਸ ਹੈਗੇ ਆ। ਉਹ ਕਿਸੇ ਵੀ ਮਹਿਫਿਲ ਵਿੱਚ ਜਾਂਦੇ ਨੇ ਤੇ ਉਹ ਜਿਹੜੇ ਸ਼ੇਰੋ ਸ਼ਾਇਰੀ ਨਾਲ ਉਹ ਮੇਲਾ ਲੁੱਟ ਲੈਂਦੇ ਨੇ। ਉਹਨਾਂ ਦੇ ਵਿੱਚ ਇਹ ਬੜੀ ਖਾਸ ਗੱਲ ਹੈਗੀ ਹੈ। ਭਾਵੇਂ ਬਠਿੰਡਾ ਜਿੱਥੋਂ ਉਹ ਇਲੈਕਸ਼ਨ ਜਿੱਤੇ ਨੇ, ਉੱਥੇ ਉਹਨਾਂ ਦੀ ਇਮੇਜ ਥੋੜੀ ਜੀ ਉਸ ਤੋਂ ਵੱਖਰੀ ਹੈਗੀ ਹੈ, ਯਾਨੀ ਮੇਲਾ ਲੁੱਟਣ ਵਾਲੀ ਇਮੇਜ ਤੋਂ ਹੁਣ ਵੱਖਰੀ ਇਮੇਜ। ਉਹਦੇ ਕਈ ਕਾਰਨ ਹੈਗੇ ਆ, ਉਹ ਕਾਰਨ ਅਖਬਾਰਾਂ ਦੇ ਵਿੱਚ ਵੀ ਛਪਦੇ ਰਹਿੰਦੇ ਨੇ, ਔਰ ਕਈ ਵਾਰ ਅਸੀਂ ਉਹਨਾਂ ਕਾਰਨਾਂ ਨੂੰ ਜ਼ਮੀਨੀ ਪੱਧਰ ਤੇ ਵੀ ਮਹਿਸੂਸ ਕੀਤਾ ਵੀ ਕਿੰਨੀ ਕੁ ਸੱਚਾਈ ਹੈ, ਕਿੰਨੀ ਕੁ ਨਹੀਂ ਹੈਗੀ ਹੈ। ਹੁਣ ਮਨਪ੍ਰੀਤ ਬਾਦਲ ਇੱਕ ਔਡ, ਜਿੱਦਾਂ ਕਹਿੰਦੇ ਨੇ ਕਿ ਵੀ ਦੋ ਲੜਾਈਆਂ ਦੇ ਵਿੱਚ ਰੋਟੀ ਕੋਈ ਹੋਰ ਲੈ ਗਿਆ, ਆ ਕਦੀ ਵੀ ਹੋ ਸਕਦਾ ਮਨਪ੍ਰੀਤ ਬਾਦਲ, ਬਸ਼ਰਤੇ ਉਹ ਬਠਿੰਡਾ ਦੇ ਵਿੱਚ ਆਪਣੀ ਸੀਟ ਨੂੰ ਜਿੱਤਣ। ਬਿਲਕੁਲ ਜੋ ਜ਼ਮੀਨੀ ਪੱਧਰ ਦੇ ਉੱਤੇ ਗੱਲਾਂ ਨਿਕਲ ਕੇ ਆ ਰਹੀ ਹੈ, ਕਿਉਂਕਿ ਅਸੀਂ ਤਕਰੀਬਨ ਸਾਰੀ ਕਨਸਟੀਚੁਐਂਸੀਜ਼ ਦੇ ਵਿੱਚ ਫੋਨ ਕਰਕੇ ਉੱਥੇ ਜ਼ਮੀਨੀ ਹਾਲਾਤ ਦਾ ਪਤਾ ਲੈਂਦੇ ਰਹਿੰਦੇ ਆ, ਔਰ ਹਾਲਾਤ ਕੋਈ ਬਹੁਤੇ ਸੁਖਾਵੇਂ ਨਹੀਂ ਹੈਗੇ ਮਨਪ੍ਰੀਤ ਬਾਦਲ। ਭਾਸਕਰ ਸਾਹਿਬ, ਇੱਕ ਹੋਰ ਚੀਜ਼ ਆ, ਕੱਲੇ ਮਨਪ੍ਰੀਤ ਬਾਦਲ ਨਹੀਂ, ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਵਿੱਚ ਤੁਸੀਂ ਜਾਣਦੇ ਹੀ ਹੋ ਕਿ ਕਈ ਬਹੁਤ ਵੱਡੇ ਧਰੰਤਰ ਉਲਟਫੇਰ ਹੋਣ ਦੇ ਸ਼ਿਕਾਰ ਹੋ ਸਕਦੇ ਆ। ਇਸ ਵਾਰੀ ਬਹੁਤ ਕਨਸਟੀਟੂਐਂਸੀ ਜਿਹੜੀਆਂ ਬੜੀਆਂ VVIPs ਨੇ, ਉੱਥੇ ਬੜੇ ਵੱਡੇ ਉਲਟਫੇਰ ਵੇਖਣ ਨੂੰ ਮਿਲ ਸਕਦੇ ਆ। ਹੁਣ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਖੜਦੀ ਆ ਇਹਨੂੰ ਪਾਸੇ ਰੱਖ ਲਓ, ਲੇਕਿਨ ਕਈ ਵਾਰੀ ਹੁੰਦਾ ਕਿ ਪਾਰਟੀ ਤਾਂ ਜਿੱਤ ਕੇ ਆ ਜਾਂਦੀ ਹੈ ਤੇ ਵੱਡੇ ਵੱਡੇ ਬੰਦੇ ਹਾਰ ਜਾਂਦੇ। ਇਹ ਦਰਦ ਭੱਠਲ ਨੇ ਵੀ ਸਿਆ, ਇਹ ਦਰਦ ਜਗਮੋਹਨ ਕੰਗ ਨੇ ਵੀ ਸਿਆ, ਇਹ ਦਰਦ ਕਈਆਂ ਨੇ ਹੋਰ ਵੀ ਸਿਆ ਕਿ ਬਣਨਾ ਤਾਂ ਵੱਡੇ ਵਜ਼ੀਰ ਸੀ ਤੇ ਮੁੜ ਕੇ ਮਾੜੀ ਮੋਟੀ ਚੇਅਰਮੈਨੀ ਨਾਲ ਸਾਰਨਾ ਪਿਆ। ਜੀ, ਤੁਸੀਂ ਇੱਕ ਨਾਂ ਭੁੱਲ ਗਏ, ਸੁਨੀਲ ਜਾਖੜ। ਔਰ ਸੁਨੀਲ ਜਾਖੜ ਉਹਨਾਂ ਦੇ ਨਾਲ ਇਹ ਗੱਲ ਮਸ਼ਹੂਰ ਹੋ ਗਈ ਵੀ ਜੇ ਜਾਖੜ ਉਹਨਾਂ ਇਲੈਕਸ਼ਨ ਹਾਰ ਜਾਣ ਤੇ ਫਿਰ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ, ਜੇ ਉਹ ਜਿੱਤ ਜਾਣ ਤੇ ਪਾਰਟੀ ਦੀ ਸਰਕਾਰ ਨਹੀਂ ਬਣਦੀ। ਯਾਨੀ ਇਹ ਜਿਹੜੀ ਗੱਲ ਨਾ, ਇੱਕ ਚੀਜ਼ ਹੋਰ ਲੈ ਲਓ, ਜੇ ਗੱਲ ਕਰਨੀ ਲੱਗੇ ਹੋ ਤੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਸਭ ਤੋਂ ਸਾਫ਼ ਵਧੀਆ ਚਿਹਰਾ ਅਕਾਲੀ ਦਲ ਦਾ, ਉਹਨਾਂ ਬਾਰੇ ਵੀ ਇਹ ਹੁੰਦਾ ਸੀ ਕਿ ਜਦੋਂ ਉਹ ਜਿੱਤਦੇ ਸੀ ਸਰਕਾਰ ਨਹੀਂ ਸੀ ਬਣਦੀ, ਤੇ ਜਦੋਂ ਹਾਰ ਜਾਂਦੇ ਸੀ ਸਰਕਾਰ ਬਣ ਜਾਂਦੀ ਸੀ, ਉਹ ਵਿੱਚ ਵਿਚਾਲੇ ਫਸੇ ਰਹਿ ਜਾਂਦੇ ਸੀ। ਜੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਏਦਾਂ ਦੀ ਗੱਲਾਂ ਹੋ ਗਈ, ਜਿੱਦਾਂ ਹਿਮਾਚਲ ਦੇ ਵਿੱਚ ਹੀ ਧੂਮਲ ਸਾਹਿਬ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਲੜੇ ਗਏ ਸੀ, ਧੂਮਲ ਸਾਹਿਬ ਆਪ ਹਾਰ ਗਏ, ਪਾਰਟੀ ਜਿੱਤ ਗਈ, ਤੇ ਉਹਨਾਂ ਦੇ ਹੀ ਬੰਦੇ ਨੂੰ ਹੁਣ ਮੁੱਖ ਮੰਤਰੀ ਤੇ ਬਣਾਇਆ। ਪਰ ਧੂਮਲ ਸਾਹਿਬ ਹੁਣ ਪੋਲਿਟਿਕਸ ਦੇ ਵਿੱਚ ਹਿਮਾਚਲ ਦੀ ਬਹੁਤੇ ਨਜ਼ਰ ਨਹੀਂ ਆਉਂਦੇ, ਭਾਵੇਂ ਉਹਨਾਂ ਦਾ ਬੇਟਾ ਇੱਕ ਕੇਂਦਰੀ ਮੰਤਰੀ ਜ਼ਰੂਰ ਬਣ ਗਿਆ, ਪਰ ਹਿਮਾਚਲ ਦੀ ਰਾਜਨੀਤੀ ਦੇ ਵਿੱਚ ਧੂਮਲ ਸਾਹਿਬ ਦਾ ਹੁਣ ਕੋਈ ਬਹੁਤਾ ਵਕਾਰ ਜਿਹਾ ਨਹੀਂ ਰਹਿ ਗਿਆ। ਹੁਣ ਮਨਪ੍ਰੀਤ ਬਾਦਲ ਉਹਨਾਂ ਤੋਂ ਗੱਲ ਸ਼ੁਰੂ ਹੋਈ ਸੀ, ਜਿੱਦਾਂ ਮਨਪ੍ਰੀਤ ਬਾਦਲ ਬਹੁਤ ਵਧੀਆ ਬੰਦੇ ਹੈਗੇ, ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ, ਮੇਰੇ ਕਾਫੀ ਕਰੀਬੀ ਵੀ ਰਹੇ ਨੇ। ਇੱਕ ਟਾਈਮ ਜਦ ਉਹਨਾਂ ਨੇ PPP ਬਣਾਈ ਸੀਗੀ ਤੇ ਜਲੰਧਰ ਜ਼ਿਆਦਾਤਰ ਉਹਨਾਂ ਦੀ ਐਕਟੀਵਿਟੀਜ਼ ਹੁੰਦੀ ਸੀ,
ਕਾਫੀ ਮਿਲਣਾ ਜੁਲਣਾ ਹੁੰਦਾ ਸੀਗਾ। ਉਹ ਇੱਕ ਇਸ ਤਰ੍ਹਾਂ ਦੇ ਸ਼ਖਸ ਨੇ ਕਿ ਪਹਿਲੀ ਮੁਲਾਕਾਤ ਦੇ ਵਿੱਚ ਹੀ ਤੁਹਾਡੇ ਅੰਦਰ, ਤੁਹਾਡੇ ਉੱਤੇ ਬੜਾ ਵਧੀਆ ਇੰਪ੍ਰੈਸ਼ਨ ਛੱਡ ਦਿੰਦੇ ਨੇ। ਪਰ ਜਦ ਤੁਹਾਨੂੰ ਬਠਿੰਡਾ ਦੇ ਜ਼ਮੀਨੀ ਪੱਧਰ ਤੋਂ ਕੁਝ ਗੱਲਾਂ ਪਤਾ ਲੱਗਦੀ ਹੈ ਤੇ ਤੁਹਾਨੂੰ ਹੈਰਾਨੀ ਵੀ ਹੁੰਦੀ ਹੈ ਕਿ ਅੱਛਾ ਏਦਾਂ ਵੀ ਹੋ ਸਕਦਾ ਹੈ। ਪਰ ਜਦ ਉਹ ਗੱਲ ਇੱਕ ਜਗ੍ਹਾ, ਦੋ ਜਗ੍ਹਾ, 10 ਜਗ੍ਹਾ, 20 ਜਗ੍ਹਾ, 25 ਜਗ੍ਹਾ ਤੋਂ ਪਤਾ ਲੱਗਦੀ ਹੈ ਤੇ ਫਿਰ ਉਸ ਆਧਾਰ ਦੇ ਉੱਤੇ ਹੀ ਮੈਂ ਇਹ ਗੱਲ ਕਹਿ ਰਿਹਾ ਕਿ ਜੇ ਉਹ ਬਠਿੰਡਾ ਤੋਂ ਐਤਕੀ ਫਿਰ ਜਿੱਤ ਜਾਂਦੇ ਨੇ ਤੇ ਵਾਕਈ ਉਹ ਮੁੱਖ ਮੰਤਰੀ ਦਾ ਵੀ ਇੱਕ ਚਿਹਰਾ ਹੋ ਸਕਦੇ ਨੇ। ਪਰ ਉਹਦੇ ਵਿੱਚ ਜੇ ਜਿਹੜੀ ਲਾਈ ਹੈ ਨਾ, ਉਹ ਥੋੜੀ ਜਿਹੀ ਔਖੀ ਹੈ। ਰਹਿ ਗਏ ਪ੍ਰਤਾਪ ਸਿੰਘ ਬਾਜਵਾ, ਖੈਰ ਉਹ ਵੀ ਵੱਡੀ ਲੜਾਈ 'ਚ ਫਸ ਗਿਆ ਘਰ ਦੇ ਵਿੱਚ। ਜੇ ਫਤਿਹਜੰਗ ਸਿੰਘ ਬਾਜਵਾ ਨੂੰ ਬਟਾਲੇ ਬੀਜੇਪੀ ਭੇਜ ਦੇਣ ਦੀ ਗੱਲ ਵੱਖਰੀ ਨਹੀਂ, ਤੇ ਲੜਾਈ ਉੱਥੇ ਵੀ ਤਿੱਖੀ ਆ। ਲੇਕਿਨ ਇਹਦੇ ਅਗਲੇ ਬੰਨੇ ਮੈਨੂੰ ਜਿਹੜੀ ਸੋਨੂ ਸੂਦ ਦੀ ਭੈਣ ਮਾਲਵਿਕਾ ਦਾ ਕੱਲ ਜ਼ਿਕਰ ਹੋ ਰਿਹਾ ਕਿ ਚੰਨੀ ਔਰ ਹਰੀਸ਼ ਚੌਧਰੀ ਉਹਨਾਂ ਨੂੰ ਸ਼ਾਮਲ ਕਰਾਉਣ ਜਾਣਗੇ। ਮੇਰੇ ਕੋਲ ਸਿੱਧੂ ਦੀ ਇਨਫੋਰਮੇਸ਼ਨ ਤਾਂ ਅਜੇ ਤੱਕ ਹੈ ਨਹੀਂ ਕਿ ਉਹ ਜਾਣਗੇ ਕਿ ਨਹੀਂ ਜਾਣਗੇ, ਲੇਕਿਨ ਉਹਨਾਂ ਦਾ ਕੀ ਬਣੂ ਜਿਨ੍ਹਾਂ ਨੇ ਦੇਰ ਤੋਂ ਆਸਾਂ ਲਾ ਕੇ ਰੱਖੀਆਂ। ਜਿਹੜੇ ਮਾਲਕ ਨੇ, ਜਿਹੜੇ ਹੁਣ ਬੈਠੇ ਹੋਏ ਨੇ, ਸਿਟਿੰਗ ਨੇ, ਜੇ 15-20 ਐਸੇ ਹੋਰ ਆ ਗਏ, 2012 ਰਿਪੀਟ ਹੋ ਸਕਦੀ ਆ। ਅਕਾਲੀ ਹੱਥਾਂ 'ਚ ਥੁੱਕੀ ਫਿਰਦੇ ਆ, ਪੱਟਾਂ ਤੇ ਥਾਪੀਆਂ ਮਾਰਦੇ ਫਿਰਦੇ ਸੁਖਬੀਰ ਸਿੰਘ ਬਾਦਲ ਕਿ 12 ਕਿਹੜਾ ਧਰਾਇਆ ਨਹੀਂ ਜਾ ਸਕਦਾ, ਇਤਿਹਾਸ ਵੀ ਇੱਥੇ ਹੀ ਪਿਆ ਤੇ ਸਾਡੇ ਸਾਧਨ ਵੀ ਇੱਥੇ ਪਿਆ। ਐਤਕੀ ਫਿਰ ਕਾਂਗਰਸ ਨੂੰ ਕਈ ਸੀਟਾਂ ਦੇ ਉੱਤੇ ਮੁਸ਼ਕਲ ਖੜੀ ਹੋ ਸਕਦੀ ਆ। ਅਸੀਂ ਕਿਉਂਕਿ ਅੱਜ ਸਵੇਰੇ ਆਮ ਆਦਮੀ ਪਾਰਟੀ ਰਾਜੇਵਾਲ ਦਾ ਐਨਾਲਿਸਿਸ ਕਰ ਰਹੇ ਸੀ, ਔਰ ਹੁਣ ਸਾਡਾ ਜਿਹੜਾ ਅੱਜ ਦਾ ਇਹ ਲਗਭਗ ਫੋਕਸ ਇਹਨਾਂ ਚੀਜ਼ਾਂ ਦੇ ਉੱਤੇ ਰਿਹਾ। ਕੋਸ਼ਿਸ਼ ਕਰਾਂਗੇ ਕਿ ਅਸੀਂ ਵੱਖ-ਵੱਖ ਮੌਕਿਆਂ ਤੇ, ਵੱਖ-ਵੱਖ ਪੱਧਰਾਂ ਤੇ, ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਤੇ ਕੈਂਡੀਡੇਟਸ ਨਾਲ ਸੰਬੰਧਿਤ ਚਰਚਾ ਕਰਦੇ ਰਹੀਏ। ਮੈਨੂੰ ਸੋਨੂ ਸੂਦ ਦੀ ਭੈਣ ਦੇ ਜੁਆਇਨਿੰਗ ਦੇ ਉੱਤੇ ਟਿੱਪਣੀ ਦਿੰਦੇ ਜਾਏ। ਡਾਕਟਰ ਹਰਜੋਤ ਕਮਲ, ਤੁਸੀਂ ਯਾਦ ਹੋਏਗਾ ਜਦ ਪ੍ਰਧਾਨ ਬਣਨ ਤੋਂ ਪਹਿਲੇ ਜਿਹੜੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਪੋਲੀਟੀਕਲ ਜਾਗੋ ਕੱਢੀ ਸੀਗੀ, ਉਸ ਜਾਗੋ ਦੇ ਵਿੱਚ ਉਹ ਸਭ ਤੋਂ ਅੱਗੇ ਸੀਗੇ। ਔਰ ਜਦ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਨੇ ਦਫ਼ਤਰ ਦਾ ਚਾਰਜ ਲਿਆ ਸੀਗਾ, ਉੱਥੇ ਵੀ ਹਰਜੋਤ ਕਮਲ ਉਹਨਾਂ ਦੇ ਬਿਸਤਰੇ ਗੱਦਿਆਂ ਦਾ ਇੰਤਜ਼ਾਮ ਕਰਦੇ ਫਿਰਦੇ ਸੀਗੇ ਕਿ ਆਹ ਜੀ ਸਿੱਧੂ ਸਾਹਿਬ ਦਾ ਕਮਰਾ ਹੈ, ਇੱਥੇ ਉਹ ਸੌਣਗੇ, ਆਹ ਲੱਗਿਆ ਜੀ ਬੈੱਡ। ਭਾਵੇਂ ਉਹ ਬੈੱਡ ਬਹੁਤੇ ਦਿਨ ਉਸ ਕਮਰੇ ਦੇ ਵਿੱਚ ਨਹੀਂ ਰਿਹਾ, ਪਰ ਹਰਜੋਤ ਕਮਲ ਨੇ ਇੱਕ ਬੜੀ ਵੱਡੀ ਭੂਮਿਕਾ ਨਿਭਾਈ ਸੀਗੀ ਉਹ ਬੈੱਡ ਅਰੇਂਜ ਕਰਨ ਦੇ ਵਿੱਚ ਔਰ ਉਸ ਪੋਲੀਟੀਕਲ ਜਾਗੋ ਨੂੰ ਲੀਡ ਕਰਨ ਦੇ ਵਿੱਚ। ਪਰ ਅੱਜ ਉਹ ਹੀ ਕਿਨਾਰੇ ਨਜ਼ਰ ਆਉਂਦੇ ਨੇ। ਔਰ ਅੱਜ ਮਾਲਵਿਕਾ ਸੂਦ ਦਾ ਕਾਂਗਰਸ ਦਾ ਜੁਆਇਨ ਕਰਨਾ ਲਗਭਗ ਤੈਅ ਵੇ। ਕੱਲ ਉਹਨਾਂ ਦੀ ਜੁਆਇਨਿੰਗ ਹੋ ਜਾਏਗੀ। ਔਰ ਉਹ ਹੁਣ ਹਰਜੋਤ ਕਮਲ, ਜਿਨ੍ਹਾਂ ਦੇ ਬਾਰੇ ਕਾਫੀ ਟਾਈਮ ਤੋਂ ਆਪਾਂ ਸੁਣ ਵੀ ਰਹੇ ਸੀ, ਉਹਨਾਂ ਦੇ ਬੀਜੇਪੀ ਦੇ ਨਾਲ ਕਾਫੀ ਸਾਰੀ ਪਿੰਗਾਂ ਵਧੀਆਂ ਹੋਈਆਂ ਨੇ। ਪਰ ਜਿਹੜਾ ਐਪੀਸੋਡ ਹੋਇਆ ਨਾ ਰੈਲੀ ਖਾਲੀ ਵਾਲਾ, ਉਸ ਤੋਂ ਬਾਅਦ ਉਹ ਵੀ ਡਬਲ ਮਾਈਂਡਡ ਸੀਗੇ। ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਮੇਰੀ ਸੀਟ ਬਚ ਜਾਏਗੀ, ਪਰ ਹੁਣ ਉਹਨਾਂ ਕੋਲ ਕੋਈ ਚਾਰਾ ਨਹੀਂ। ਔਰ ਸਭ ਤੋਂ ਜ਼ਿਆਦਾ ਉਹਨਾਂ ਵਾਸਤੇ ਮੁਸ਼ਕਿਲਾਂ ਤਾਂ ਵੱਧ ਗਈ ਕਿਉਂਕਿ ਬਾਕੀ ਜਿਹੜੀ ਪੋਲੀਟੀਕਲ ਪਾਰਟੀਆਂ, ਅੱਜ ਆਮ ਆਦਮੀ ਪਾਰਟੀ ਨੇ ਵੀ ਟਿਕਟ ਉੱਥੋਂ ਅਨਾਉਂਸ ਕਰਤੀ, ਉਹ ਵੀ ਇੱਕ ਡਾਕਟਰ ਅਮਰਜੀਤ ਕੌਰ ਨੂੰ ਹੀ ਦਿੱਤੀ ਹੈ। ਔਰ ਦੂਜੇ ਪਾਸੇ ਉਹ ਤੁਹਾਨੂੰ ਅਕਾਲੀ ਦਲ ਦੀ ਹੈਗੀ, ਉਹ ਟਿਕਟ ਪਹਿਲੇ ਅਨਾਉਂਸ ਹੋ ਚੁੱਕੀ। ਤੇ ਬਚੀ ਹੁਣ ਕਿਹੜੀ ਪੋਲੀਟੀਕਲ ਪਾਰਟੀ ਹੈ ਹਰਜੋਤ ਕਮਲ ਵਾਸਤੇ? ਜਾਂ ਤਾਂ ਇੰਡੀਪੈਂਡੈਂਟ ਲੜਨ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਜਾਂ ਭਾਜਪਾ ਉਹਦੀ ਟਿਕਟ ਲੈ ਕੇ ਉੱਥੋਂ ਇਲੈਕਸ਼ਨ ਲੜਨ। ਔਰ ਮੈਨੂੰ ਇਹ ਲੱਗਦਾ ਹੈ ਕਿ ਅਲਟੀਮੇਟਲੀ ਉਹਨਾਂ ਕੋਲ ਇੱਕੋ ਹੀ ਚੀਜ਼ ਬਚੀ ਹੈ, ਕੈਪਟਨ ਅਮਰਿੰਦਰ ਸਿੰਘ ਜਾਂ ਫਿਰ ਭਾਜਪਾ। ਪਰ ਉਹ ਲੜਨਗੇ ਜ਼ਰੂਰ ਇਲੈਕਸ਼ਨ, ਉਹ ਘਰ ਨਹੀਂ ਬੈਠਣਗੇ। ਇਸ ਗੱਲ ਦਾ ਤੇ ਉਹਨਾਂ ਨੇ ਅੱਜ ਹੀ ਖੁਲਾਸਾ ਕਰਤਾ ਹੈ। ਹਾਲਾਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਨੂੰ ਹੁਣ ਟਿਕਟ ਮਿਲਣ ਦੀ ਕੋਈ ਆਸ ਨਹੀਂ ਹੈਗੀ, ਪਰ ਉਹਨਾਂ ਨੇ ਆਪਣੀ ਕੈਂਪੇਨ ਸ਼ੁਰੂ ਕੀਤੀ ਹੈ। ਬਾਗੀ ਤੇਵਰ ਦਿਖਾਤੇ ਨੇ, ਹੁਣ ਬਾਗੀ ਤੇਵਰ ਅਪਣਾਣੇ ਬਾਕੀ ਹੈ। ਉਹ ਕੱਲ ਤੋਂ ਬਾਅਦ ਤੁਸੀਂ ਇਹ ਦੇਖੋਗੇ ਕਿ ਉਹਨਾਂ ਦੀ ਵੱਖਰੇ ਝੰਡੇ ਥੱਲੇ ਇੱਕ ਨਵੀਂ ਕੈਂਪੇਨ ਚੱਲਣੀ ਸ਼ੁਰੂ ਹੋ ਜਾਏਗੀ। ਔਰ ਇਹ ਕਈ ਕੌਂਸਟੀਟੂਐਂਸੀ ਦੇ ਵਿੱਚ ਹੋਏਗਾ ਕਿਉਂਕਿ ਜਦ ਟ੍ਰਿਬਿਊਨ ਵਰਗਾ ਅਖਬਾਰ ਦੇ ਵਿੱਚ ਖਬਰ ਛਪਦੀ ਹੈ ਨਾ ਕਿ 20 ਕੁ ਐਮਐਲਏ ਦੀ ਟਿਕਟ ਕੱਟੀ ਜਾਂਦੀ ਹੈ। ਔਰ ਇੱਕ ਤੇ ਮੈਨੂੰ ਹੋਰ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜੇ ਨਾਰਾਜ਼ ਲੀਡਰ ਨੇ ਨਾ ਕਾਂਗਰਸ ਦੇ ਵੱਡੇ ਵੱਡੇ, ਉਹ ਲਿਸਟ ਤਕਰੀਬਨ 46 ਬੰਦਿਆਂ ਦੀ ਹੈਗੀ ਹੈ ਜੋ ਬੀਜੇਪੀ ਦੇ ਹੱਥ 'ਚ ਹੈਗੀ ਹੈ। ਹੁਣ ਉਹਦੇ ਵਿੱਚ ਕਿੰਨੇ ਜੁਆਇਨ ਕਰਦੇ ਨੇ, ਕਿੰਨੇ ਨਹੀਂ ਕਰਦੇ ਨੇ, ਕੀ ਕਿੱਥੇ ਕੀ ਆਪਣੀ ਗੋਟੀਆਂ ਫਿੱਟ ਕਰਦੇ ਨੇ, ਇਹ ਦੇਖਣ ਵਾਲੀ ਗੱਲ ਹੈ। ਕਿ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਕਿਸੇ ਪਾਰਟੀ ਦਾ ਤੇ ਉਦੋਂ ਉਹਦੇ ਵਿੱਚ ਖਾਲੀ ਅਸਾਮੀਆਂ ਦੇ ਨਜ਼ਰੀਏ ਤੋਂ ਜ਼ਿਕਰ ਹੁੰਦਾ ਹੈ। ਇਹ ਤੁਸੀਂ ਠੀਕ ਕਹਿ ਰਹੇ ਹੋ। ਝਾਕਣ ਦੀ ਕੋਸ਼ਿਸ਼ ਕਰਾਂਗੇ ਅੰਦਰ, ਕਿਉਂਕਿ ਸਾਡਾ ਕੰਮ, ਸਾਡਾ ਪ੍ਰੋਫੈਸ਼ਨ, ਸਾਡਾ ਸ਼ੋਭਾ ਸਾਨੂੰ ਇਸ ਗੱਲ ਲਈ ਹੀ ਫੇਵਰ ਦਿੰਦਾ ਹੈ ਜਾਂ ਸਾਨੂੰ ਲੋਕਾਂ ਤੋਂ ਐਪਰੀਸੀਏਸ਼ਨ ਮਿਲਦੀ ਹੈ ਕਿ ਅਸੀਂ ਆਪਣੇ ਕੰਮ ਦੇ ਵਿੱਚ ਅੱਗੇ ਵੱਧਦੇ ਜਾਈਏ। ਬੀਜੇਪੀ ਹੁਣ ਨਵਾਂ ਪੈਂਤੜਾ ਕੀ ਅਪਣਾਉਣ ਵਾਲੀ ਆ, ਅਸੀਂ ਅਗਲੇ ਸੈਗਮੈਂਟ ਦੇ ਵਿੱਚ ਇਹਦੇ ਉੱਤੇ ਜ਼ਰੂਰ ਗੱਲ ਕਰਾਂਗੇ। ਅੰਦਰ ਝਾਕਾਂਗੇ ਕਿੱਥੇ ਕਿੱਥੇ ਕੀ ਹੋ ਰਿਹਾ। ਇੱਕ ਨਿਰਾਸ਼ਾ ਤੋਂ ਬਾਅਦ, ਇੱਕ ਕੰਟਰੋਵਰਸੀ ਤੋਂ ਬਾਅਦ
ਹੁਣ ਕੀ ਰਣਨੀਤੀ ਅਪਣਾਈ ਜਾਣੀ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਕੱਢਣ ਦੀ ਕੋਸ਼ਿਸ਼ ਕਰਾਂਗੇ, ਤੇ ਫਿਰ ਤੁਹਾਡੇ ਸਾਹਮਣੇ ਲਿਆਵਾਂਗੇ ਕਿ ਕੀ ਬੀਜੇਪੀ ਫਿਰ ਅੱਗੇ ਵਾਂਗ ਸਿਲਸਿਲਾ ਬਣਾਊਗੀ ਨਵੇਂ ਲੋਕਾਂ ਦੀ ਜੁਆਇਨਿੰਗ ਦਾ, ਔਰ ਕਿਸ ਤਰੀਕੇ ਨਾਲ ਉਹਨਾਂ ਅੱਗੇ ਵਧਣਾ, ਉਹਨਾਂ ਦੀ ਰਣਨੀਤੀ ਕੀ ਉੱਤੇ ਚਾਨਣਾ ਪਾਵਾਂਗੇ। ਭਾਸਕਰ ਸਾਹਿਬ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਜੀ? ਦੇਖੋ, ਅੱਜ ਦੀ ਇੱਕ ਬਹੁਤ ਵੱਡੀ ਖਬਰ ਸੀਗੀ ਕਿ ਜਿਹੜਾ ਸੰਯੁਕਤ ਸਮਾਜ ਮੋਰਚਾ, ਉਹਨਾਂ ਦੇ ਵਿੱਚ ਇੱਕਾ ਹੋ ਗਿਆ। ਚਰੂਨੀ ਸਾਹਿਬ ਵੀ ਉਸ ਮੀਟਿੰਗ ਵਿੱਚ ਪਹੁੰਚ ਗਏ ਜਿਹੜੀ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਹੋ ਰਹੀ ਸੀਗੀ। ਹੁਣ ਇਹ ਫੈਸਲਾ ਹੋ ਗਿਆ 117 ਸੀਟਾਂ ਦੇ ਉੱਤੇ ਚੋਣਾਂ ਲੜਨਗੇ। ਔਰ ਰਾਜੇਵਾਲ ਉਹਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਲਾਏ ਨੇ, ਉਹ ਵੀ ਲੋਕਾਂ ਨੂੰ ਪਤਾ ਹੈ ਕਿ ਵੀ ਉਹਨਾਂ ਨੇ ਕਿਹਾ ਵੀ ਉਹ ਆਪ ਦਿੱਲੀ ਦੇ ਵਿੱਚ ਕੋਈ ਬਹੁਤ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਰਹੇ। ਹੁਣ ਤੇ ਤਲਵਾਰਾਂ ਨਿਕਲ ਗਈਆਂ ਔਰ ਸੰਯੁਕਤ ਸਮਾਜ ਮੋਰਚਾ ਆਪਣੇ 117 ਕੈਂਡੀਡੇਟਸ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਐਲਾਨ ਕਰਨ ਦਾ ਉਹਨਾਂ ਨੇ ਅਨਾਉਂਸਮੈਂਟ ਤੇ ਇਹ ਗੱਲ ਕਰੀ ਦਿੱਤੀ ਹੈ। ਔਰ ਕਹਿੰਦੇ ਪਹਿਲੀ ਲਿਸਟ ਕੱਲ ਪਰਸੋਂ ਹੀ ਆ ਰਹੀ ਹੈ। ਔਰ ਚਰੂਨੀ ਉਹਨਾਂ ਦਾ ਵੀ ਉਹਨਾਂ ਨੂੰ ਜੁਆਇਨ ਕਰਨਾ ਯੂਨਾਈਟਿਡ ਤੇ ਹੋ ਗਏ ਜੀ। ਅੱਗੇ ਚੱਲ ਕੇ ਜਿਹੜੀ ਹੋਰ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਰੁਖ ਇਹਨਾਂ ਦੇ ਯੂਨਾਈਟਿਡ ਹੋਣ ਤੇ ਉੱਤੇ ਕੀ ਰਹਿੰਦਾ ਹੈ। ਪਰ ਲੜਾਈ ਐਤਕੀ ਬੜੀ ਇੰਟਰਸਟਿੰਗ ਹੋਏਗੀ ਕਿਉਂਕਿ ਕਿਸਾਨਾਂ ਦੀ ਵੀ ਟਿਕਟਾਂ ਲੈਣ ਵਾਲਿਆਂ ਦੀ ਲਾਈਨ ਲੱਗੀ ਪਈ ਹੈ। ਬਿਲਕੁਲ ਕਈ ਨੂੰ ਜੁਆਇਨ ਕਰ ਗਏ ਨੇ ਔਰ ਸਕਰੀਨਿੰਗ ਕਮੇਟੀ ਦੇ ਵੀ ਮੈਂਬਰ ਹੈਗੇ ਨੇ। ਰੰਧਾਵਾ ਜੀ, ਰੋਲ ਤੇ ਤੁਹਾਡਾ ਵੀ ਐਤਕੀ ਬਹੁਤ ਵੱਡਾ ਹੋਣ ਵਾਲਾ। ਨਹੀਂ, ਰੋਲ ਤੇ ਹੋਣ ਹੀ ਵਾਲਾ ਹੈ, ਪਰ ਮੈਂ ਸੋਚਦਾ ਵੀ ਡਾਂਗਾ ਵੀ ਬੜੀਆਂ ਪੈਂਦੀਆਂ ਹੁੰਦੀਆਂ ਨੇ। ਸਾਡੇ ਜਿਹੜੇ ਹੁਣ ਬਹੁਤ ਹਮਦਰਦ ਸਾਥੀ ਆ ਨਾ, ਜਿੱਤੇ ਮਾੜੀ ਜਿਹੀ ਗਲਤੀ ਕੀਤੀ ਨਾ, ਗਿੱਟਿਆਂ 'ਚ ਖੁੱਚਾਂ 'ਚ ਮਾਰਨੀਆਂ ਨਾ ਟਿਕਾ ਕੇ। ਤੇ ਮੈਨੂੰ ਪਤਾ ਹੈ, ਮੈਨੂੰ ਅਹਿਸਾਸ ਆ ਵੀ ਸਾਨੂੰ ਗਲਤੀ ਦੀ ਸੰਭਾਵਨਾ ਦਾ ਬਹੁਤ ਧਿਆਨ ਰੱਖਣਾ ਪੈਣਾ। ਅਸੀਂ ਨਾ ਤਾਂ ਕਿਸੇ ਦੀ ਫੇਵਰ ਕਰ ਸਕਦੇ ਹਾਂ, ਨਾ ਬਿਨਾਂ ਮਤਲਬ ਕਿਸੇ ਦਾ ਵਿਰੋਧ ਕਰ ਸਕਦੇ ਹਾਂ। ਸਾਨੂੰ ਬਹੁਤ ਸਟੀਕ ਨੱਕ ਦੀ ਸੇਧ ਨੂੰ ਚੱਲਣਾ ਪੈਣਾ। ਸਾਨੂੰ ਆਪਣੇ ਸੋਰਸ, ਸਾਨੂੰ ਸਾਡੀ ਇਨਫੋਰਮੇਸ਼ਨ ਨੂੰ ਵੀ ਬੜਾ ਸਟੀਕ ਰੱਖਣਾ ਪੈਣਾ ਤਾਂ ਕਿ ਗਲਤੀ ਦੀ ਗੁੰਜਾਇਸ਼ ਘੱਟ ਤੋਂ ਘੱਟ ਹੋਵੇ। ਮੈਂ ਇੱਕ ਗੱਲ ਤੁਹਾਨੂੰ ਕਹਿ ਦਿਆਂ, ਪੰਜਾਬ ਦੀ ਪੋਲਿਟਿਕਸ ਨਾਲੋਂ ਜਿਹੜੀ ਜਾਨਦਾਰ ਜਰਨਲਿਜ਼ਮ ਆ, ਹਾਲਾਂਕਿ ਮੈਂ ਤਾਂ ਸਿਖਾਂਦਰੂ ਆ, ਮੈਂ ਤਾਂ ਕੋਈ ਇਹਦਾ ਬਹੁਤ ਵੱਡਾ ਕੋਈ ਮਾਹਰ ਨਹੀਂ, ਮੈਨੂੰ ਪਤਾ ਹੈ ਮੇਰੀ ਔਕਾਤ ਕਿੰਨੀ ਹੈ। ਤੁਸੀਂ ਤਾਂ ਪੁਰਾਣੇ ਧਨੰਤਰ ਹੋ, ਧਾਕੜ ਹੋ, ਇਸ ਖੇਤਰ ਦੇ ਮਾਹਿਰ ਹੋ। ਮੈਂ ਕੋਈ ਦਾਅਵਾ ਨਹੀਂ ਕਰਦਾ, ਪਰ ਮੈਨੂੰ ਇੰਝ ਲੱਗਦਾ ਹੈ ਕਿ ਪੋਲੀਟੀਸ਼ੀਅਨਸ ਨਾਲੋਂ ਜਿਹੜਾ ਸਾਡੇ ਸ਼ੋਬੇ ਦਾ ਰੋਲ ਆ ਉਹ ਵੱਡਾ ਹੋ ਸਕਦਾ, ਭੂਮਿਕਾ ਵੱਡੀ ਹੋ ਸਕਦੀ ਹੈ। ਸਾਡੀ ਜਿਹੜੀ ਇਹ ਗੱਲ ਕੀਤੀ ਹੋਈ ਹੈ ਉਹਦੇ ਅਰਥ ਬੜੇ ਵੱਡੇ ਹੋ ਸਕਦੇ ਆ ਜੇ ਸਾਰੇ ਸਮਝਣ ਤੇ ਪੋਲੀਟੀਸ਼ੀਅਨ ਸਿੱਧੇ ਹੋ ਕੇ ਨੱਕ ਦੀ ਸੇਧ ਨੂੰ ਚੱਲ ਸਕਦੇ ਆ। ਉਂਝ ਇਹਨਾਂ ਦਾ ਸਿੱਧਾ ਜਾਂ ਜਲੇਬੀ ਵਰਗਾ ਐਟੀਟਿਊਡ ਉਹ ਤਾਂ ਸਾਨੂੰ ਪਤਾ ਹੀ ਹੈ। ਬਹੁਤ ਮਿਹਰਬਾਨੀ। ਧੰਨਵਾਦ ਜੀ।